KTV ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰ ਲੈ ਕੇ ਤੁਹਾਡੀ ਸੇਵਾ ਵਿੱਚ ਹੋ ਗਏ ਹਾਂ ਹਾਜ਼ਰ। ਤੇ ਬਿਲਕੁਲ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਵੀਰ ਗੁਰਪਾਲ ਸਿੰਘ ਜੀ ਉੱਪਰ ਹੁਣੀ ਆਉਂਦੇ ਹੁੰਦੇ ਆ। ਤੇ ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਤੇ ਸਤਿ ਸ਼੍ਰੀ ਅਕਾਲ ਪਰਵਾਉਂਦੇ ਆ ਤੇ ਨਾਲ ਦੀ ਨਾਲ ਨਵੇਂ ਸਾਲ ਦੀਆਂ ਵਧਾਈਆਂ ਵੀ ਦਿੰਦੇ ਆ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਸੱਤੀ ਤੇ ਨਾਲ ਮੇਰੇ ਸਾਰੇ ਦੇਖਣ ਵਾਲੇ ਦਰਸ਼ਕਾਂ ਨੂੰ ਅੱਜ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਵੇਂ ਸਾਲ ਦੀਆਂ ਵੀ ਮੁਬਾਰਕਾਂ ਜੀ। ਬਿਲਕੁਲ ਤੇ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਪਰਮਾਤਮਾ ਕਰੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਤੇ ਬੇਸ਼ੱਕ ਜਿਹੜਾ ਨਵਾਂ ਸਾਲ ਉਸ ਦਿਨ ਹੀ ਨਵਾਂ ਸਾਲ ਹੋਵੇਗਾ ਜਿਸ ਦਿਨ ਅਸੀਂ ਆਪਣੇ ਆਪ ਨੂੰ ਆਪਣੀ ਸੋਚ ਨੂੰ ਨਵਾਂ ਕਰ ਲਿਆ, ਆਪਣੀ ਸੋਚ ਨੂੰ ਬਦਲਿਆ, ਉਸ ਦਿਨ ਨਵਾਂ ਸਾਲ ਹੋ ਜਾਵੇਗਾ। ਨਹੀਂ ਤਾਂ ਤੁਹਾਨੂੰ ਆਪ ਨੂੰ ਪਤਾ ਕਿ ਜੋ ਤੁਸੀਂ 31 ਨੂੰ ਛੱਡਿਆ ਸੀਗਾ ਪਹਿਲੀ ਨੂੰ ਉਹ ਦੁਬਾਰਾ ਫੜਿਆ ਆ। ਤੇ ਸਿਰਫ ਤਰੀਕਾਂ ਬਦਲਦੀਆਂ ਨੇ, ਸਾਲ ਬਦਲਦੇ ਨੇ। ਬਦਲੇਗਾ ਉਦਣ ਜ਼ਮਾਨਾ ਜਿੱਦਣ ਅਸੀਂ ਆਪਣੇ ਆਪ ਨੂੰ ਤੇ ਆਂਢ ਗੁਆਂਢ ਨੂੰ ਬਦਲਣ ਦੀ ਕੋਸ਼ਿਸ਼ ਕਰਾਂਗੇ, ਸੋਚ ਬਦਲ ਲਈਏ, ਥਿੰਕਿੰਗ ਬਦਲ ਲਈਏ ਤੇ ਨਵਾਂ ਸਾਲ ਹਰ ਦਿਨ ਨਵਾਂ ਸਾਲ ਹੀ ਰਹੇਗਾ। ਫਿਰ ਵੀ ਇਹ ਕੋਸ਼ਿਸ਼ ਕਰੀਏ ਕਿ ਜਿਹੜੀਆਂ ਗਲਤੀਆਂ ਪਿਛਲੇ ਸਾਲ ਕੀਤੀਆਂ ਉਹ ਐਤਕੀ ਨਾ ਦੁਹਰਾਈਏ, ਚੰਗਾ ਕਰਨ ਦੀ ਕੋਸ਼ਿਸ਼ ਕਰੀਏ ਤੇ ਚੰਗਾ ਹੋ ਜਾਵੇਗਾ। ਤੇ ਬਿਲਕੁਲ ਹੁਣ ਨਵਾਂ ਸਾਲ ਆ ਗਿਆ ਤੇ ਨਵੇਂ ਸਾਲ ਦੇ ਵਿੱਚ ਪ੍ਰੋਗਰਾਮ ਜਿਹੜਾ ਆ ਲੈ ਕੇ ਹਾਜ਼ਰ ਹੋ ਗਏ ਆ। ਤੇ ਇਹਦੇ ਵਿੱਚ ਭਾਜੀ ਹੁਣੀ ਕੀ ਨਵਾਂ ਲੈ ਕੇ ਆਏ ਨੇ, ਗੌਰਮੈਂਟ ਕੀ ਨਵਾਂ ਲੈ ਕੇ ਆਈ ਆ, ਕੀ ਨਵਾਂ ਹੋਣ ਜਾ ਰਿਹਾ, ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਭਾਜੀ ਹੁਣੀ ਹਾਜ਼ਰ ਨੇ। ਤੇ ਆਓ ਫਿਰ ਸਭ ਤੋਂ ਪਹਿਲਾਂ ਭਾਜੀ ਇਹ 1 ਤਰੀਕ ਦੀ ਮੇਰਾ ਖਿਆਲ ਵੀ ਜਦੋਂ ਆਪਾਂ ਪਿਛਲੇ ਦਸੰਬਰ ਦੇ ਵਿੱਚ ਪ੍ਰੋਗਰਾਮ ਸਮਾਪਤ ਕੀਤਾ ਸੀਗਾ ਤਾਂ ਇੱਕ ਗੱਲ ਚੱਲੀ ਸੀਗੀ ਕਿ ਯੂਥ ਮੋਬਿਲਿਟੀ ਸਕੀਮ ਜਿਹੜੀ ਆ ਉਹਦੇ ਲਈ ਅਸੀਂ ਬਾਰ-ਬਾਰ ਗੱਲ ਕਰਦੇ ਰਹੇ ਕਿ ਹਾਂ ਵੀ ਇੱਕ ਡਰਾਅ, ਇੱਕ ਲੱਕੀ ਡਰਾਅ, ਇੱਕ ਕੂਪਨ ਨਿਕਲ ਰਹੇ ਆ, ਇੱਕ ਲੋਟਰੀ ਲੱਗਣ ਲੱਗੀ ਆ। ਦੇਖਦੇ ਆ ਕਿਹਦੇ ਹਿੱਸੇ ਆਉਂਦੀ, ਕਿਹਦੇ ਹਿੱਸੇ ਨਹੀਂ ਆਉਂਦੀ ਹੈਗੀ। ਇਹਨੂੰ ਲੈ ਕੇ ਕਾਫੀ ਅਸੀਂ ਰੌਲਾ ਵੀ ਪਾਇਆ, ਗੱਲਬਾਤ ਕੀਤੀ। ਭਾਜੀ ਹੁਣਾਂ ਨੇ ਸੋਸ਼ਲ ਮੀਡੀਆ ਤੇ ਜਾ ਕੇ ਵੀ ਆਪਣੇ ਬਾਰ-ਬਾਰ ਤੁਹਾਨੂੰ ਅਪਡੇਟ ਕਰਦੇ ਰਹੇ ਕਿਹਦੇ ਹਿੱਸੇ ਆਈ ਆ, ਕਿਹਦੇ ਹਿੱਸੇ ਨਹੀਂ ਆਈ। ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਊਗਾ। ਪਰ ਇਹਨੂੰ ਲੈ ਕੇ ਕਿਤੇ ਨਾ ਕਿਤੇ ਹਜੇ ਵੀ ਉਨਾ ਜ਼ਿਆਦਾ ਲੋਕਾਂ ਦਾ ਰੁਝਾਨ, ਉਹਨਾਂ ਲੋਕੀ ਇੰਨੇ ਅੰਗੇਜ ਨਹੀਂ ਹੋਏ ਇਸ ਚੀਜ਼ ਨੂੰ ਲੈ ਕੇ। ਉਹਦਾ ਕੀ ਕਾਰਨ ਰਿਹਾ, ਸਭ ਤੋਂ ਪਹਿਲਾਂ ਤਾਂ ਇਹ ਜਾਣਦੇ ਆ ਭਾਜੀ। ਯੂਥ ਮੋਬਿਲਿਟੀ ਸਕੀਮ ਦੀ ਤੁਸੀਂ ਬਹੁਤ ਗੱਲ ਕੀਤੀ, ਇੱਕ ਅਪਰਚੂਨਿਟੀ ਸੀਗੀ ਕਿ ਹਾਂ ਬਈ ਸਾਡੇ ਪੰਜਾਬੀਆਂ ਦੇ ਲਈ ਇੱਕ ਸੁਨਹਿਰੀ ਮੌਕਾ ਹੈ। ਜੇ ਤੁਹਾਡੇ ਕੋਲ ਸਕਿੱਲਡ ਹੈਗੀ ਹੈ ਜਾਂ ਕੁਛ ਵੀ ਆ, ਐਕਸਪੀਰੀਅੰਸ ਹੈਗਾ, ਤੁਸੀਂ ਇਸ ਚੀਜ਼ ਨੂੰ ਲੈ ਕੇ UK ਆ ਸਕਦੇ ਆ। ਕੀ ਕਾਰਨ ਰਿਹਾ ਕਿ ਇੰਨਾ ਭਰਮਾ ਹੁੰਗਾਰਾ ਨਹੀਂ ਮਿਲਿਆ ਭਾਜੀ? ਚਲੋ ਪਹਿਲੀ ਜੀ ਤੁਸੀਂ ਗੱਲ ਬਹੁਤ ਵਧੀਆ ਕੀਤੀ ਸੀ, ਸੋਚ ਬਦਲੀਏ। ਇਨਫੈਕਟ ਇੱਦਾਂ ਲੱਗਦਾ ਸੋਚ ਬਦਲਣ ਵਿੱਚ ਸ਼ਾਇਦ ਸਾਡੀ ਇੱਥੇ ਜੋ ਮਿਨਿਸਟਰਸ ਹੈਗੇ ਆ ਸ਼ਾਇਦ ਉਹਦੇ ਵਿੱਚ ਵੀ ਸ਼ਾਇਦ ਸੱਤੀ ਦਾ ਥੋੜ੍ਹਾ ਜਿਹਾ ਧਿਆਨ ਦਿੱਤਾ ਗਿਆ ਹੈਗਾ। ਬਿਕੋਜ਼ ਇੱਦਾਂ ਲੱਗਦਾ ਹੈਗਾ ਪਹਿਲੀ ਜਰਮਨੀ ਦੇ ਬਾਅਦ 'ਚ ਜੋ ਗੱਲਾਂ ਬਾਤਾਂ ਆ ਰਹੀਆਂ ਹੈਗੀਆਂ, ਬਿਕੋਜ਼ ਇੰਟਰਨੈਸ਼ਨਲ ਟ੍ਰੇਡ ਵੀ ਬਹੁਤ ਇੰਪੋਰਟੈਂਟ ਚੀਜ਼ ਹੈਗੀ ਆ। ਬ੍ਰੈਕਸਿਟ ਪਿਛਲੇ ਸਾਲ ਹੋ ਚੁੱਕਾ ਹੈਗਾ ਤੇ ਉਹਦੇ ਨਾਲ ਹੁਣ ਇੰਗਲੈਂਡ ਨੇ ਵੀ ਆਪਣੀ ਤਰੱਕੀ ਕਰਨੀ ਹੈਗੀ ਆ। ਤੇ ਤਰੱਕੀ ਕਰਦੇ ਕਰਦੇ ਸਿਰਫ ਆਪਾਂ ਅਗਲੇ ਸਾਲ 2 ਸਾਲ ਦੇ ਨਹੀਂ ਸੋਚਦੇ ਹੈਗੇ। UK ਦੀ ਸਰਕਾਰ ਅਗਲੇ 10 ਸਾਲ 2050 ਤੱਕ ਵੀ ਸੋਚਦੀ ਹੈਗੀ ਆ ਇੰਟਰਨੈਸ਼ਨਲ ਰੂਪ ਦੇ ਵਿੱਚ ਕਿ ਆਪਾਂ ਤਰੱਕੀ ਕਰਨੀ ਹੈਗੀ ਆ। ਸਾਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਹੈਗੀ ਆ? ਤਾਂ ਸਭ ਤੋਂ ਮੇਨ ਚੀਜ਼ ਜੋ ਚਾਹੀਦੀ ਹੈਗੀ ਆ ਉਹ ਹੈਗੀ ਟ੍ਰੇਡ ਵੱਖਰੇ ਵੱਖਰੇ ਕੰਟਰੀਆਂ ਦੇ ਨਾਲ। ਪਰ ਉਹ ਤੋਂ ਯੂਰਪ ਤੋਂ ਰਹਿ ਕੇ ਤਾਂ ਓਬਵੀਅਸਲੀ ਇਕੱਠੇ ਹੋ ਕੇ ਯੂਰਪ ਟ੍ਰੇਡ ਕਰਦੀ ਸੀ ਦੁਨੀਆ ਦੇ ਨਾਲ। ਆਉਂਦੇ ਦੇ ਸਮੇਂ 'ਚ ਕਿੰਨਾ ਟ੍ਰੇਡ ਹੋਣੀ ਹੈ? ਇੰਡੀਆ, ਚਾਈਨਾ, ਅਮਰੀਕਾ, ਸਾਊਥ ਅਮਰੀਕਾ, ਅਫਰੀਕਾ। ਸੋ ਇਹ ਚੀਜ਼ਾਂ ਸਭ ਕੁਝ ਮਨ 'ਚ ਰੱਖਦੇ ਪਿਛਲੇ ਸਾਲ ਆਲਰੇਡੀ UK ਨੇ ਨੀਂਹ ਪੱਥਰ ਰੱਖਤਾ ਸੀ ਇੰਡੀਆ ਦੇ ਨਾਲ। ਸਾਨੂੰ ਪਤਾ ਹੈਗਾ ਪਿਛਲੇ ਸਾਲ ਦੇ ਵਿੱਚ ਨਰਿੰਦਰ ਮੋਦੀ ਦੇ ਨਾਲ ਵੀ ਉਹਦੇ ਟੀਮ ਫੋਰਨ ਸੈਕਟਰੀਜ਼ ਇਕੱਠੇ ਹੋ ਕੇ ਕਈ ਸਮਝੌਤੇ ਕੀਤੇ ਸੀ। ਇੱਕ ਰੋਡ ਮੈਪ ਤਿਆਰ ਕੀਤਾ ਸੀ 2030 ਤੱਕ ਜਿਹਦੇ ਵਿੱਚ ਟ੍ਰੇਡ ਜੋ ਹੈਗੀ ਹੈ, ਟ੍ਰੇਡ ਦੇ ਟੈਰਿਫਸ ਜੋ ਹੈਗੇ ਆ, ਜੋ ਆਪਸ ਵਿੱਚ ਜੋ ਟ੍ਰੇਡ ਦੇ ਨਾਲ ਆਮਦਨ ਹੁੰਦੀ ਆ, ਪੈਸੇ ਦੀ ਕਮਾਈ ਹੁੰਦੀ ਹੈ, ਉਹ ਨਾਲ ਵਧਣੀ ਸੀ। ਤਾਂ ਓਬਵੀਅਸਲੀ UK ਇੰਡੀਆ 'ਚ ਵੀ ਕੁਛ ਚਾਹੁੰਦੇ ਹੈਗੇ ਸੀ, ਪਰ ਨਾਲ ਇੰਡੀਆ ਵੀ ਕਹਿੰਦੇ ਸੀ ਕਿ ਤੁਸੀਂ ਸਭ ਕੁਛ ਲੈ ਕੇ ਚੱਲੇ ਹੈਗੇ, ਸਾਨੂੰ ਕੁਛ ਵਾਪਸ ਦਿਓ। ਤਾਂ ਆਲਰੇਡੀ ਪਿਛਲੇ ਸਾਲ ਕਿਹਾ ਗਿਆ ਸੀ ਇੱਕ ਯੰਗ ਪ੍ਰੋਫੈਸ਼ਨਲ ਸਕੀਮ ਸ਼ੁਰੂ ਹੋ ਜਾਣੀ ਹੈਗੀ ਆ ਜਿਹਦੇ ਵਿੱਚ 3000 ਨੌਜਵਾਨ UK ਇੰਡੀਆ ਜਾ ਸਕਦੇ ਹੈਗੇ ਆ ਤੇ ਇੰਡੀਆ ਤੋਂ UK ਵੀ ਆ ਸਕਦੇ ਸੀ। ਤਾਂ ਅਕਤੂਬਰ ਦੇ ਵਿੱਚ ਇਹ ਐਲਾਨ ਕਰਤਾ ਸੀ, ਕਹਿੰਦੇ ਇਹ ਸ਼ੁਰੂ ਹੋ ਜਾਣਾ ਸੀ ਫਰੋਮ ਦ 1 of January 2021। ਪਰ ਹੋਇਆ ਕੀ ਸੀ, ਆਪਾਂ ਸੁਣ ਲਿਆ ਸੀ ਕਾਨੂੰਨੀ ਤੌਰ ਤੇ ਕਾਨੂੰਨ ਬਦਲਣਾ ਹੈਗਾ, ਪਰ ਅਗਲੀ ਕੋਈ ਖਬਰ ਆਈ ਨਹੀਂ। ਤਾਂ ਆਈ ਵੀ ਹੈਗੀ ਆ ਫਰੋਮ ਦ 1 of January। ਸੋ ਜੇ ਲੋਕ ਕਹਿੰਦੇ ਸੀ ਇਹਦੇ ਬਾਰੇ ਕੁਛ ਸਾਨੂੰ ਇਨਫੋਰਮੇਸ਼ਨ ਮਿਲਦੀ ਨਹੀਂ ਹੈਗੀ, ਤੁਸੀਂ ਹੁਣ Tier 5 ਦੇ ਯੂਥ ਮੋਬਿਲਿਟੀ ਸਕੀਮ ਦੇ ਉੱਤੇ ਜਾ ਕੇ ਤੁਸੀਂ ਸਾਡੀ ਹੁਣ ਖਬਰਾਂ ਲੈ ਸਕਦੇ ਹੈਗੇ ਆ। ਨਵੇਂ ਕੰਟਰੀ ਜੋ ਜੁੜ ਚੁੱਕੇ ਹੈਗੇ ਯੰਗ ਪ੍ਰੋਫੈਸ਼ਨਲ ਸਕੀਮ, ਜਿਹੜੀ ਯੂਥ ਮੋਬਿਲਿਟੀ ਸਕੀਮ ਦੀ ਐਕਚੁਅਲ ਰੀਅਲ ਨੇਮ ਹੈਗਾ, ਉਹਦੇ ਵਿੱਚ ਆਈਸਲੈਂਡ ਵੀ ਆ ਚੁੱਕੀ ਹੈਗੀ ਆ, ਸੈਨ ਮਰੀਨੋ ਵੀ ਆ ਚੁੱਕੀ ਹੈਗੀ ਆ। ਤੇ ਪਰਟੀਕੁਲਰਲੀ ਇਹਨੇ ਕਿਹਾ ਹੈਗਾ ਕਿ ਇੰਡੀਆ ਦੀ ਜੋ ਸਕੀਮ ਹੈਗੀ ਆ ਇਹਨੇ ਆਮ ਤੌਰ ਤੇ ਹਰ ਇੱਕ ਨੂੰ ਨਹੀਂ ਦੇਣਾ ਹੈਗਾ। ਇਹਨੇ ਇੱਕ ਲੋਟਰੀ ਸਿਸਟਮ, ਇੱਕ ਬੈਲੈਂਸ ਸਿਸਟਮ ਦੇ ਵਿੱਚ 1500 ਦੀ ਅਨਾਊਂਸਮੈਂਟ ਕਰਨੀ ਹੈਗੀ ਆ ਜਨਵਰੀ ਦੇ ਵਿੱਚ ਤੇ 1500 ਹੋ ਐਲੋਕੇਸ਼ਨ ਕਰਾਉਣੀ ਹੈਗੀ ਆ ਜੁਲਾਈ ਦੇ ਵਿੱਚ। ਤੇ ਜਿਹੜੀ ਇਹ ਬੈਲਟ ਐਲੋਕੇਸ਼ਨ ਕਰਨੀ ਹੈਗੀ ਆ ਉਹ ਖਬਰ ਕਹਿੰਦੇ ਇਸ 17 ਤੋਂ ਸ਼ੁਰੂ ਹੋਣੀ ਹੈਗੀ ਆ। ਸੋ ਜਿਹਨਾਂ ਲੋਕਾਂ ਨੇ ਤਿਆਰੀ ਕੀਤੀ ਸੀ ਫਰੋਮ ਦ 1st, ਵੈਰੀ ਵੈਲ, ਤੁਸੀਂ ਤਿਆਰੀ ਕਰ ਚੁੱਕੇ ਹੈਗੇ ਆ। ਪਰ ਇਹਦੀ ਜੋ 48 ਆਵਰ ਦਾ ਵਿੰਡੋ ਜੋ ਸ਼ੁਰੂ ਹੈ ਨਾ ਉਹ ਹੋਣਾ ਹੈਗਾ ਫਰੋਮ ਦ 17th।
ਅਗਲੀ ਜੋ ਬੈਲਟ ਦੇ ਵਿੱਚ ਬੈਲਟ ਦੀ ਜਿਹੜੀ ਸਕੀਮ ਹੈਗੀ ਆ ਉਹਦਾ ਪ੍ਰੋਸੀਜਰ ਕੀ ਹੈਗਾ ਉਹਦੀ ਅਨਾਉਂਸਮੈਂਟ ਹਾਲੇ ਚੰਗੀ ਤਰ੍ਹਾਂ ਇਹਨਾਂ ਅਨਾਉਂਸਮੈਂਟ ਨਹੀਂ ਦਿੱਤੀ ਹੈਗੀ ਪਰ ਆਉਣ ਵਾਲੀਆਂ ਹੈਗੀਆਂ। ਸੋ ਇਹ ਤੁਹਾਡੀ ਉਮਰ 18 ਤੋਂ 30 ਸਾਲ ਦੇ ਵਿੱਚ ਹੈਗੀ ਆ, ਇਹ ਕਿ ਤੁਸੀਂ ਸਿੰਗਲ ਹੈਗੇ ਆ, ਇਹ ਕਿ ਤੁਸੀਂ ਆਪਣੀ ਬੈਚਲਰਸ ਜਾਂ ਮਾਸਟਰਸ ਦੀ ਡਿਗਰੀ ਕੀਤੀ ਹੈਗੀ ਆ ਜਾਂ ਤੁਸੀਂ ਪ੍ਰੋਫੈਸ਼ਨਲ ਰੂਪ 'ਚ ਕੰਮ ਕਰਦੇ ਹੈਗੇ ਆ, ਤੁਹਾਨੂੰ ਵੀ ਫਿਰ ਮੌਕਾ ਹੈਗਾ UK ਆ ਕੇ 2 ਸਾਲ ਲਈ ਕੰਮ ਕਰਨ ਵਾਸਤੇ, ਉਹ ਵੀ ਸਪਾਂਸਰ ਤੋਂ ਬਗੈਰ। ਹੁਣ ਸਪਾਂਸਰ ਤੋਂ ਬਗੈਰ ਦਾ ਇਹ ਸਾਨੂੰ ਫਾਇਦਾ ਹੈਗਾ, ਇਹਦੇ ਵਾਸਤੇ ਸਾਨੂੰ ਕੋਈ ਸਪਾਂਸਰ ਲਾਇਸੈਂਸ ਵਾਲਾ ਕੋਈ ਬੰਦਾ ਨਹੀਂ ਚਾਹੀਦਾ, ਸਾਨੂੰ ਕੋਈ ਆਈਲੈਟਸ ਦਿਖਾਉਣ ਦੀ ਲੋੜ ਨਹੀਂ ਹੈਗੀ। ਸਿੰਪਲੀ ਤੁਸੀਂ ਆਪਣਾ ਨਾਂ ਜਮ੍ਹਾਂ ਕਰਾਉਣਾ ਹੈਗਾ ਇੱਕ ਬੈਲਟ ਦੇ ਵਿੱਚ 48 ਆਵਰਸ ਤਾਂ 48 ਆਵਰ ਦੇ ਵਿੱਚ ਇਹ ਤੁਹਾਡਾ ਨਾਂ ਚੁਣ ਹੋ ਗਿਆ, ਤੁਹਾਡੇ ਕੋਲ 30 ਦਿਨ ਹੋਣੇ ਹੈਗੇ ਆ UK ਦੀ ਐਪਲੀਕੇਸ਼ਨ ਪਾਉਣ ਵਾਸਤੇ। ਤੇ ਐਪਲੀਕੇਸ਼ਨ ਪਾਉਣ ਵਾਸਤੇ ਕੀ ਚਾਹੀਦਾ ਹੈਗਾ, ਓਬਵੀਅਸਲੀ ਤੁਹਾਡੇ ਕ੍ਰੈਡੈਂਸ਼ੀਅਲਸ, ਕੁਆਲੀਫਿਕੇਸ਼ਨਸ, ਪਾਸਪੋਰਟ ਡਿਟੇਲਸ ਤੇ ਨਾਲ ਤੁਸੀਂ ਇੱਥੇ ਆਉਣ ਵਾਸਤੇ ਜੋ ਆਪਾਂ ਆਮ ਤੌਰ ਤੇ ਅਪਲਾਈ ਕਰੀਦਾ ਜਿਹਦੀਆਂ ਫੀਸਾਂ ਹੈਗੀਆਂ ਉਹ ਕਰਨੀਆਂ ਪਊਗੀਆਂ, ਮੈਡੀਕਲ TB ਦੀ ਸਰਟੀਫਿਕੇਟ ਉਹਦੀ ਲੋੜ ਪਊਗੀ। ਸੋ ਇਹਦੀ ਤਿਆਰੀ ਕਰਨ ਵਾਸਤੇ ਕਿ ਤੁਸੀਂ ਹੁਣ ਚਾਹੁੰਦੇ ਹੈਗੇ ਆ ਤੁਸੀਂ ਤਿਆਰ ਹੋ ਜਾਓ, ਬਿਕੋਜ਼ ਸਿਰਫ ਹਫ਼ਤਾ ਤੱਕ 10 ਦਿਨ ਰਹਿ ਗਏ ਹੈਗੇ ਆ। ਮਗਰ ਸਿਰਫ ਹੁਣ ਇਹ ਗੱਲ ਨਹੀਂ ਹੈਗੀ ਆਪਾਂ ਸਿਰਫ ਯੂਥ ਮੋਬਿਲਿਟੀ ਸਕੀਮ ਵੱਲ ਧਿਆਨ ਦਈਏ, ਇਹ ਵੀ ਖੁਸ਼ਖਬਰੀ ਹੈਗੀ ਸਰਕਾਰ ਵੱਲੋਂ, ਬਿਕੋਜ਼ ਓਬਵੀਅਸਲੀ ਸਭ ਤੋਂ ਵੱਡਾ ਥ੍ਰੈਟ ਜੋ UK ਨੂੰ ਅੱਗੇ ਲੱਗ ਰਿਹਾ ਇਸ ਵਕਤ ਇੱਦਾਂ ਲੱਗਦਾ ਚਾਈਨਾ ਤੋਂ ਆ ਰਿਹਾ ਹੈਗਾ। ਤੇ UK ਵਿੱਚ ਹੁੰਦਾ ਹੈਗਾ ਆਪਣੇ ਟ੍ਰੇਡ ਦੇ ਰਿਲੇਸ਼ਨ ਤੇ ਇੰਡੀਆ ਨੂੰ ਵਧਾਉਣ ਵਾਸਤੇ, ਤੇ ਇਹਦੇ ਵਿੱਚ ਹੁਣ ਇਹ ਵੀ ਅਨਾਉਂਸਮੈਂਟ ਆ ਚੁੱਕੀ ਹੈ ਕਾਫੀ ਮਿਨਿਸਟਰਸ ਵੱਲੋਂ। ਇਨਫੈਕਟ ਖਾਸ ਕਰਕੇ ਮੈਂ ਗੱਲ ਕਰਾਂ ਸਾਡੀ ਇੰਟਰਨੈਸ਼ਨਲ ਟ੍ਰੇਡ ਸੈਕਟਰੀ ਐਨ ਮਰੀ ਟਰੈਵਲਿਨ ਤੇ ਨਾਲ ਦੀ ਜੋ ਕਿ ਫੋਰਨ ਸੈਕਟਰੀ ਹੈਗੀ ਆ ਲਿਜ਼ ਟਰੱਸ, ਦੋਵਾਂ ਨੇ ਕਿਹਾ ਹੈਗਾ ਆਪਣੇ ਰਿਲੇਸ਼ਨਸ ਟ੍ਰੇਡ ਵਧਾਉਣ ਵਾਸਤੇ ਇੱਕ ਆਪਾਂ ਇੰਡੀਆ ਤੋਂ ਟ੍ਰੇਡ ਲੈਣੇ ਹੈਗੇ ਆ, ਸਾਨੂੰ ਵੀ ਕੁਝ ਵਾਪਸ ਦੇਣਾ ਚਾਹੀਦਾ ਹੈਗਾ। ਤਾਂ ਉਹਦੇ ਵਿੱਚ ਕਈ ਚੀਜ਼ਾਂ ਦਾ ਐਲਾਨ ਕੀਤਾ ਗਿਆ ਹੈਗਾ ਫਰਮ ਇਮੀਗ੍ਰੇਸ਼ਨ ਪੁਆਇੰਟ ਆਫ ਵਿਊ। ਇਨਫੈਕਟ ਇਹ ਕਹਿੰਦੇ ਗਿਆ ਹੈਗਾ ਇਮੀਗ੍ਰੇਸ਼ਨ ਰੂਲਸ ਰਿਲੈਕਸ ਕਰਦੇ ਜਾਣੇ ਹੈਗੇ ਆ, ਸੋ ਇੰਡੀਅਨਸ UK ਆ ਕੇ ਰਹਿ ਵੀ ਸਕਦੇ ਹੈਗੇ ਆ, ਕੰਮ ਵੀ ਕਰ ਸਕਦੇ ਹੈਗੇ ਆ। ਸੋ ਇੱਕ ਤਾਂ ਰਿਸ਼ਤਾ ਵੀ ਦੋਵਾਂ ਦਾ ਇਕੱਠਾ ਹੋਰ ਜੁੜ ਸਕਦਾ ਹੈਗਾ, ਕਲੋਜ਼ਰ ਆ ਸਕਦੇ ਹੈਗੇ ਆ। ਸੋ ਇਹਦੇ ਵਿੱਚ ਕਿਹਦੀਆਂ ਚੀਜ਼ਾਂ ਹੈਗੀਆਂ ਜਿਹਦੇ ਵਿੱਚ ਸ਼ਾਇਦ ਆਪਾਂ ਹੋਰ ਵੀ ਦੇਖ ਸਕਦੇ ਆਉਂਦੇ ਮਹੀਨੇ ਦੇ ਵਿੱਚ। ਤਾਂ ਮੈਂ ਮਹੀਨੇ ਤਾਂ ਕਹਿ ਰਿਹਾ ਬਿਕੋਜ਼ UK ਦੇ ਮਿਨਿਸਟਰਸ ਇੰਡੀਆ ਵੀ ਜਾ ਰਹੇ ਹੈਗੇ ਇਹ ਟ੍ਰੇਡ ਨੂੰ ਅੱਗੇ ਵਧਾਉਣ ਵਾਸਤੇ। ਆਲਰੇਡੀ ਆਪਾਂ ਦੇਖ ਚੁੱਕੇ ਹੈਗੇ ਆ ਜਿੰਨੀ ਇਨਵੈਸਟਮੈਂਟਸ ਕਿ UK ਦੇ ਟ੍ਰੇਡ ਡੀਲਸ ਹੋ ਚੁੱਕੇ ਹੈਗੇ, ਉਹਦੇ ਨਾਲ 1400 ਦੇ ਉੱਪਰ ਹਜ਼ਾਰ ਦੇ ਹਿਸਾਬ ਦੇ ਨਾਲ ਕਹਿੰਦੇ ਜੌਬਸ ਕ੍ਰੀਏਟ ਹੋਣ ਲੱਗੇ ਹੈਗੇ ਆ। ਤਾਂ ਨਾਲ ਕਹਿੰਦੇ ਆਉਂਦੇ ਸਮੇਂ ਦੇ ਵਿੱਚ ਜੋ ਕਿ ਵੀਜ਼ੇ ਵੀ ਇਸ਼ੂ ਹੋਣੇ ਹੈਗੇ ਆ, ਸ਼ਾਇਦ ਵੀਜ਼ੇ ਦੇ ਜੋ ਕਿ ਰੇਟਸ ਰੱਖੇ ਹੈਗੇ ਆ ਤਾਂ ਕਿ ਦੇਖਿਆ ਆਮ ਤੌਰ ਤੇ ਜੋ ਕਿ ਵੀਜ਼ੇ ਦੀ ਫੀਸ ਵੀ 1400 ਪਾਉਂਡ ਤੱਕ ਔਨ ਐਵਰੇਜ ਫੀਸ ਲੱਗਦੀ ਹੈਗੀ ਆ ਜਿੰਨੇ ਸਾਡੇ ਸਟੂਡੈਂਟਸ ਹੁੰਦੇ ਹੈਗੇ ਆ ਜਾਂ ਵਰਕ ਪਰਮਿਟ ਹੁੰਦੇ ਹੈਗੇ ਆ, ਉਹ ਕਹਿੰਦੇ ਸ਼ਾਇਦ ਉਹਨੂੰ ਵੀ ਘਟਾਉਣ ਨੂੰ ਫਿਰਦੇ ਹੈਗੇ ਆ। ਟ੍ਰੇਡ ਐਗਰੀਮੈਂਟਸ ਨੂੰ ਅੱਗੇ ਵਧਾਉਣ ਵਾਸਤੇ ਕਹਿੰਦੇ ਅੱਗੇ 446 ਮਿਲੀਅਨ ਪਾਉਂਡ ਦੀ ਇਨਵੈਸਟਮੈਂਟ ਅੱਗੇ ਆਲਰੇਡੀ ਡੀਲਸ ਹੋ ਚੁੱਕੇ ਹੈਗੇ ਆ, ਉਹਦੇ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਜੌਬਸ ਜੋ ਕ੍ਰੀਏਟ ਹੋਣੇ ਹੈਗੇ ਆ। ਕਹਿੰਦੇ ਉਹਦੇ ਨਾਲ ਦੀ ਨਾਲ ਸਾਨੂੰ ਹੋਰ ਵੀ ਰਿਲੈਕਸੇਸ਼ਨ ਹੋਏ। ਇਹ ਡੀਲਸ ਜੋ ਆਲਰੇਡੀ ਆਪਾਂ ਦੇਖੀਏ ਆਸਟ੍ਰੇਲੀਆ ਤੋਂ ਹੋਰ ਵੀ ਮੁਲਕ ਤੇ UK ਦੇ ਨਾਲ ਹੁੰਦਾ, ਬਿਕੋਜ਼ ਕੋਈ ਵੀ ਇੱਕ ਪਾਰਟੀ ਦੂਸਰੀ ਪਾਰਟੀ, ਤਾਂ ਪਾਰਟੀ ਦਾ ਮਤਲਬ ਹੈ ਕਿ ਮੁਲਕ ਹੈਗੇ ਇੰਗਲੈਂਡ ਹੈਗੇ ਇੰਡੀਆ ਨਾਲ ਜਾ ਕੇ ਟ੍ਰੇਡ ਕਰੂਗੇ, ਤਾਂ ਓਬਵੀਅਸਲੀ ਇੰਗਲੈਂਡ ਦੇ ਇੰਡੀਆ ਤੋਂ ਕੁਝ ਮੰਗਣਾ ਹੈਗਾ ਆ, ਤਾਂ ਓਬਵੀਅਸਲੀ ਇੰਡੀਆ ਦਾ ਵੀ ਹੱਕ ਹੈਗਾ ਵਾਪਸ ਕੁਝ ਮੰਗਣ ਵਾਸਤੇ। ਤੇ ਇਹਦੇ ਵਾਸਤੇ ਕਾਫੀ ਮੰਤਰੀ ਤਿਆਰ ਹੋਏ ਹੈਗੇ ਆ ਇੰਡੀਅਨਸ ਨੂੰ ਇੱਥੇ ਸੱਦਣ ਵਾਸਤੇ, ਇੰਡੀਅਨਸ ਇੱਥੇ ਆ ਕੇ ਕੰਮ ਕਰੇ, ਇੰਡੀਅਨਸ ਇੱਥੇ ਆ ਕੇ ਰਿਲੈਕਸ ਕਰਨ ਵਾਸਤੇ। ਤਾਂ ਸਾਨੂੰ ਇਹ ਵੀ ਪਤਾ ਹੈਗਾ ਇੱਕ ਸ਼ਾਇਦ ਮਿਨਿਸਟਰ ਦੇ ਵਿੱਚ ਹੈਗਾ ਆ ਮੰਤਰੀ ਜੋ ਸ਼ਾਇਦ ਇਸ ਗੱਲ ਸ਼ਾਇਦ ਇੰਨਾ ਖੁਸ਼ ਨਹੀਂ ਹੋ ਗਏ, ਕੌਣ? ਪ੍ਰੀਤੀ ਪਟੇਲ। ਤੇ ਇਹ ਵੀ ਕਿਹਾ ਗਿਆ ਹੈਗਾ ਸ਼ਾਇਦ ਇਹ ਜੋ ਗੱਲਾਂ ਹੋ ਰਹੀਆਂ ਹੈਗੀਆਂ ਮਿਨਿਸਟਰ ਦੇ ਆਪਸ ਵਿੱਚ, ਸ਼ਾਇਦ ਇਹ ਕਈ ਗੱਲਾਂ ਪ੍ਰੀਤੀ ਪਟੇਲ ਨੂੰ ਪਸੰਦ ਨਹੀਂ ਹੈਗੀਆਂ, ਪਰ ਓਬਵੀਅਸਲੀ ਇੱਕ ਪਾਰਟੀ ਨੂੰ ਦੂਸਰੀ ਪਾਰਟੀ ਨਾਲ ਸਮਝੌਤਾ ਕਰਨਾ ਹੈਗਾ ਤਾਂ ਕੁਛ ਨਾ ਕੁਛ ਗਿਵ ਐਂਡ ਟੇਕ ਤਾਂ ਹੋਣੀ ਹੈਗੀ ਆ। ਤਾਂ ਗਿਵ ਐਂਡ ਟੇਕ ਤਾਂ ਹੋਣੀ ਹੈਗੀ ਆ, ਸਪੈਸ਼ਲੀ ਇੱਕ ਆਪਾਂ ਹੁਣ ਅਗਲੇ 10 ਸਾਲ ਨਹੀਂ ਅਗਲੇ 20 25 30 ਸਾਲ ਦਾ ਦੇਖਦੇ ਹੈਗੇ ਕਿ ਟ੍ਰੇਡ ਇੱਥੇ ਤੱਕ ਵੀ ਪਹੁੰਚੇ ਜਿਹਦੇ ਵਿੱਚ UK ਇੱਕ ਵਰਲਡ ਫਿਗਰ ਹੋਏ, ਤਾਂ ਕਿ ਵਰਲਡ ਫਿਗਰ ਹੋਣ ਵਾਸਤੇ ਇਹਨੂੰ ਕੋਈ ਨਾ ਕੋਈ ਸਾਥੀ ਤਾਂ ਚਾਹੀਦਾ ਹੈਗਾ। ਤਾਂ ਇੱਦਾਂ ਲੱਗਦਾ ਹੈਗਾ ਇੰਗਲੈਂਡ ਦਾ ਸਾਂਝ ਜੋ ਹੈਗਾ ਕਿ ਸਾਥ ਹੈਗਾ ਸ਼ਾਇਦ ਇੰਡੀਆ ਹੀ ਹੋਊਗਾ ਜੋ ਦੇਣ ਵਾਸਤੇ। ਮਗਰ ਇਹਦੇ ਜ਼ਿਆਦਾ ਅਪਡੇਟ ਜੋ ਹੈਗੇ ਆਉਂਦੇ ਹਫ਼ਤੇ ਤਾਂ ਹੋਪਫੁਲੀ ਨੈਕਸਟ ਪ੍ਰੋਗਰਾਮ ਤੱਕ ਸਾਨੂੰ ਐਗਜ਼ੈਕਟਲੀ ਪਤਾ ਲੱਗ ਜਾਊਗਾ ਕਿੱਥੇ ਤੱਕ UK ਸਰਕਾਰ ਤੇ ਇੰਡੀਆ ਸਰਕਾਰ ਆਪਸ ਵਿੱਚ ਸਮਝੌਤਾ ਕਰਨ ਨੂੰ ਫਿਰਦੇ ਆ। ਜੀ ਬਿਲਕੁਲ, ਕਿਉਂਕਿ ਇਹਦੇ ਵਿੱਚ ਆਪਾਂ ਪਹਿਲਾਂ ਜਦੋਂ ਬ੍ਰੈਕਸਿਟ ਹੋਇਆ ਤਾਂ ਸਾਰਿਆਂ ਨੂੰ ਇਹ ਸੀਗਾ ਕਿ ਬ੍ਰੈਕਸਿਟ ਤੋਂ ਬਾਅਦ ਦੇ ਵਿੱਚ ਇੰਗਲੈਂਡ ਦੇ ਨਾਲ ਟ੍ਰੇਡ ਕਿੱਦਾਂ ਹੋਊਗਾ, ਕੀ ਹੋਊਗਾ, ਇਹ ਸਾਰੀਆਂ ਚੀਜ਼ਾਂ ਸੀਗੀਆਂ। ਕਿਤੇ ਨਾ ਕਿਤੇ ਵੱਖ ਹੋਣ ਦਾ ਸਭ ਤੋਂ ਜਿਹੜਾ ਬੈਨੀਫਿਟ ਤੁਸੀਂ ਆਪ ਦੇਖ ਸਕਦੇ ਆ ਕਿ ਹਾਂ ਹੁਣ ਇੰਗਲੈਂਡ ਇੰਡੀਪੈਂਡੈਂਟਲੀ ਆਪ ਕਿਸੇ ਵੀ ਕੰਟਰੀ ਦੇ ਨਾਲ ਸਿੱਧਾ ਟ੍ਰੇਡ ਕਰ ਸਕਦਾ ਆ, ਉਹਨਾਂ ਨੂੰ ਯੂਰਪੀਅਨ ਕਿਸੇ ਵੀ ਕੰਟਰੀ ਦਾ ਕੋਈ ਇਸ਼ੂ ਨਹੀਂ ਹੈਗਾ ਕਿ ਕੋਈ ਹਾਂ ਕਰੂਗਾ ਜਾਂ ਨਾ ਕਰੂਗਾ, ਇੰਡੀਪੈਂਡੈਂਟਲੀ ਆਪਣੇ ਆਪ ਉਹ ਸਾਰਾ ਕੰਮ ਕਰ ਰਹੇ ਹੈਗੇ ਆ। ਪਰ ਉੱਥੇ ਦੱਸਤੀ ਇਹ ਵੀ ਦੱਸਣਾ ਡੋਂਟ ਫੋਰਗੇਟ UK ਨੂੰ ਇਹ ਵੀ ਪਤਾ ਹੈਗਾ ਇੰਡੀਆ ਇਜ਼ ਐਨ ਅਮਰਜਿੰਗ ਮਾਰਕੀਟ ਹੈ ਨਾ, ਅਮਰਜਿੰਗ ਮਾਰਕੀਟ ਦੇ ਵਿੱਚ ਜੇ ਆਪਾਂ ਦੇਖੀ ਜਾਏ ਉਹਦੀ GDP ਵੀ ਕਹਿੰਦੇ ਅਪ ਟੂ 2 ਟ੍ਰਿਲੀਅਨ ਪਾਉਂਡ ਤੱਕ ਹੋ ਜਾਣੀ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਦੇਖਦੇ US ਦੇ ਨਾਲ EU ਦੇ
ਨਾਲ ਕਿ ਇੰਡੀਆ ਨੇ ਕਿ ਸਾਂਝ ਕਿਸ ਨਾਲ ਕਰਨੀ ਹੈਗੀ ਆ, ਤਾਂ ਓਬਵੀਅਸਲੀ ਇੰਗਲੈਂਡ ਵੀ ਚਾਹੁੰਦੇ ਹੈਗੇ ਉਹਦੇ ਨਾਲ ਹੱਥ ਸਾਂਝ ਕਰਨ ਵਾਸਤੇ ਜੀ। ਵਨਸ ਅਗੇਨ ਇਹ ਸਾਰੀਆਂ ਚੀਜ਼ਾਂ ਆਲਰੇਡੀ ਸਟੈਟਿਸਟਿਕਲੀ ਇਹਨਾਂ ਨੂੰ ਪਤਾ ਹੈਗਾ। ਸੋ ਆਪਾਂ ਕਈ ਵਾਰੀ ਸੋਚਦੇ ਹੈਗੇ ਇਮੀਗ੍ਰੇਸ਼ਨ ਆ ਰਹੀ ਹੈਗੀ, ਬੰਦੇ ਆ ਰਹੇ ਹੈਗੇ, ਪਰ ਡੋਂਟ ਫੀਅਰ, ਸਾਨੂੰ ਬੰਦਿਆਂ ਦੀ ਲੋੜ ਹੈਗੀ ਆ, ਕੰਮ ਦੀ ਇੱਥੇ ਘਾਟ ਹੈਗੀ ਆ। ਆਲਰੇਡੀ ਆਪਾਂ ਪਿਛਲੇ ਸਾਲ ਦੇਖ ਰਹੇ ਸੀ ਇੱਥੇ ਦੇ ਜੋ ਕੇਅਰ ਵਰਕਰਸ ਹੈਗੇ, ਸਾਡਾ ਹੈਲਥ ਸੈਕਟਰ ਹੈਗਾ, ਉਹਦੇ ਵਿੱਚ ਰੂਲਸ ਨੇ ਹੋਰ ਵੀ ਰਿਲੈਕਸ ਕਰਤੇ ਹੈਗੇ ਆ। ਸੋ ਜੋ ਅੱਗੇ ਕੇਅਰ ਵਰਕਰ ਹੈਗਾ, ਉਹ ਜੋ ਪਹਿਲਾਂ ਕਹਿੰਦੇ ਸੀ ਇੱਕ ਛੋਟੀ ਜੋ ਓਕੂਪੇਸ਼ਨ ਦੇ ਵਿੱਚ ਲਿਸਟ ਨਹੀਂ ਹੈਗੀ, ਉਹ ਵੀ ਹੁਣ ਆ ਚੁੱਕੀ ਹੈਗੀ। ਇਨਫੈਕਟ ਇਹ ਵੀ ਕਿਹਾ ਜਾਂਦਾ ਹੈਗਾ ਅਪ ਟੂ 40,000 ਪਲੱਸ ਐਕਸਟਰਾ ਸਾਨੂੰ ਹੈਲਥ ਕੇਅਰ ਦੀ ਲੋੜ ਪਈ ਆ, ਜੋ ਆਪਾਂ ਇੰਡੀਆ ਤੋਂ ਸੱਦਣ ਲੱਗੇ ਹੈਗੇ ਆ। ਠੀਕ ਆ, ਫਿਲੀਪੀਨਸ ਹੋਰ ਵੀ ਮੁਲਕ ਹੈਗੇ ਆ, ਪਰ ਇੱਦਾਂ ਲੱਗਦਾ ਯੂਕੇ ਦੇ ਇੱਥੇ ਜੋ ਪ੍ਰੋਫੈਸ਼ਨਲ ਆਰਗੇਨਾਈਜੇਸ਼ਨਸ ਹੈਗੇ ਆ, ਹੈਲਥ ਕੇਅਰ ਸੈਕਟਰ ਹੋ ਗਿਆ, ਪ੍ਰਾਈਵੇਟ ਕੇਅਰ ਹੋਮਸ ਹੋ ਗਏ ਆ, ਉਹ ਵੀ ਚਾਹੁੰਦੇ ਹੈਗੇ ਜਾਂ ਪ੍ਰੈਫਰੈਂਸ ਦਿੰਦੇ ਹੈਗੇ ਟੂ ਇੰਡੀਅਨ। ਸੋ ਇੱਦਾਂ ਮੈਨੂੰ ਲੱਗਦਾ ਕਿ ਆਉਂਦੇ ਉਹਦੇ ਸਮੇਂ ਦੇ ਵਿੱਚ ਸਾਨੂੰ ਇੰਡੀਅਨਸ ਨੂੰ ਡੈਫਲੀ ਪਹਿਲਾ ਮੌਕਾ ਮਿਲਦਾ ਯੂਕਰਨ ਵਾਸਤੇ, ਮਗਰ ਹੋ ਗਏ ਪੜ੍ਹੇ ਲਿਖੇ। ਤਾਂ ਮੈਨੂੰ ਪਤਾ ਕਿ ਜਿਹੜੀ ਆਪਾਂ ਮਾਰਚ ਇੱਥੇ ਖਾਲੀ ਦੀ ਹੈਗੀ ਆ, ਸਾਡੇ ਨੌਜਵਾਨ ਪੰਜਾਬ ਦੇ ਜੋ ਪੜ੍ਹੇ ਲਿਖੇ ਨਹੀਂ ਹੁੰਦੇ। ਕਿਸੇ ਆਪਾਂ ਨਰਸਾਂ ਦੀ ਗੱਲਾਂ ਕਰੀਏ, ਜ਼ਿਆਦਾ ਨਰਸ ਕਿੱਥੇ ਹੁੰਦੇ ਹੈਗੇ ਆ? ਫਰਮ ਸਾਊਥ ਇੰਡੀਆ, ਕੇਰਲਾ ਪਾਸੇ। ਆਪਾਂ ਹਮੇਸ਼ਾ ਪੰਜਾਬ ਦੇ ਦੇਖੇ ਨਰਸਿਸ ਇੰਨੇ ਨਹੀਂ ਹੁੰਦੇ ਹੈਗੇ, ਬਿਕੋਜ਼ ਸ਼ਾਇਦ ਕਈ ਵਾਰੀ ਉਹਨਾਂ ਦੀ ਇੰਗਲਿਸ਼ ਲਈ ਰਿਕੁਆਇਰਮੈਂਟ ਉਨੀ ਨਹੀਂ ਹੈਗੀ ਜੋ ਇੱਥੇ ਦੀ NMC ਦੇ ਨਾਲ ਜੋ ਸਟਾਫ ਨਰਸਿਸ ਦੀ ਲੋੜ ਹੈਗੀ ਆ। ਮਗਰ ਐਕਸਪੀਰੀਅੰਸ ਉਨਾ ਹੀ ਹੁੰਦਾ ਹੈਗਾ, ਇਨਫੈਕਟ ਵੱਧ ਹੁੰਦਾ ਹੈਗਾ, ਸਿਰਫ ਕਿ ਇੰਗਲਿਸ਼ 'ਚ ਮਾਰ ਖਾਂਦੇ ਆ। ਤਾਂ ਆਈ ਥਿੰਕ ਇਹ ਜੋ ਨਿਊ ਰੂਲ, ਜੋ ਰਿਲੈਕਸੇਸ਼ਨ ਹੋ ਰਹੀ ਹੈਗੀ ਹੈ, ਸਪੈਸ਼ਲੀ ਜਿਹੜੀ ਕੇਅਰ ਵਰਕਰ ਦੇ ਸੈਕਟਰ ਦੇ ਵਿੱਚ ਜੋ ਛੋਟੇ ਜੋ ਓਕੂਪੇਸ਼ਨ 'ਚ ਪਾਉਣ ਲੱਗੇ ਹੈਗੇ, ਉਹਦੇ 'ਚ ਸਾਡੇ ਪੰਜਾਬੀ ਨੂੰ ਸ਼ਾਇਦ ਥੋੜ੍ਹਾ ਜ਼ਿਆਦਾ ਹੀ ਫਾਇਦਾ ਹੋ ਸਕਦਾ ਹੈ। ਬਿਲਕੁਲ, ਕਿਉਂਕਿ ਜਿਹੜੀ ਗੱਲ ਮੇਨ ਇਹ ਆ ਕਿ ਤੁਹਾਡੇ ਲਈ, ਸਾਡੇ ਲਈ, ਪੰਜਾਬ ਦੀ ਧਰਤੀ ਤੋਂ ਜੇ ਕੋਈ ਆਉਣਾ ਚਾਹੁੰਦਾ ਤਾਂ ਸਭ ਤੋਂ ਪਹਿਲੀ ਗੱਲ ਇਹ ਆ ਕਿ ਥੋੜ੍ਹਾ ਬਹੁਤਾ ਪੜ੍ਹਾਈ ਵੱਲ ਨੂੰ ਹੁਣ ਧਿਆਨ ਦੇਣਾ ਸ਼ੁਰੂ ਕਰ ਦਈਏ। ਉਹ ਟਾਈਮ ਗਿਆ ਕਿ ਅੱਗੇ ਟਾਈਮ ਸੀਗਾ, ਕਿਉਂਕਿ ਹੁਣ ਸਮਾਂ ਇਹ ਆ ਗਿਆ ਕਿ ਮਸ਼ੀਨਰੀ ਜਿਹੜੀ ਆ ਉਹ ਤੁਹਾਡੀ ਥਾਂ ਲੈ ਰਹੀ ਆ। ਇਨਸਾਨ ਦੀ ਥਾਂ ਤੇ ਮਸ਼ੀਨਰੀ ਨੇ ਸਮਾਂ ਜਿਹੜਾ ਆ ਸਾਂਭਿਆ ਆ, ਤੇ ਉੱਥੇ ਜਿੱਥੇ ਲੇਬਰ ਜ਼ਰੂਰ ਚਾਹੀਦੀ ਆ ਪਰ ਪੜ੍ਹੀ ਲਿਖੀ, ਕਿਉਂਕਿ ਕੰਪਿਊਟਰਾਈਜ਼ ਸਾਰਾ ਕੁਝ ਹੋ ਚੁੱਕਾ ਆ। ਇਸ ਚੀਜ਼ਾਂ ਦਾ ਖਿਆਲ ਰੱਖੀਏ ਕਿ ਹੁਣ ਥੋੜ੍ਹਾ ਬਹੁਤਾ ਧਿਆਨ ਪੜ੍ਹਾਈ ਵੱਲ ਨੂੰ ਵੀ ਦਈਏ। ਉਹ ਸਮਾਂ ਗਿਆ ਕਿ ਜਦੋਂ ਕਿ ਡੌਂਕੀਆਂ ਲਾ ਲਈਆਂ, ਇਹਨਾਂ ਚੀਜ਼ਾਂ ਤੋਂ ਗਵਰਨਮੈਂਟ ਤੁਹਾਨੂੰ ਅਪਰਚੂਨਿਟੀਜ਼ ਦੇ ਰਹੀ ਆ, ਸਿੱਧਾ ਲੀਗਲ ਤੌਰ ਦੇ ਉੱਤੇ ਤੁਸੀਂ ਆ ਕੇ ਇੱਥੇ ਕੰਮ ਕਰ ਸਕਦੇ, ਸਾਰਾ ਕੁਝ ਕਰ ਸਕਦੇ ਆ। ਉਹ ਸਾਰਾ ਇਸੇ ਲਈ ਹੋ ਸਕਦਾ ਜੇ ਤੁਹਾਡੇ ਕੋਲ ਕੋਈ ਸਕਿੱਲ ਹੈਗੀ ਆ ਜਾਂ ਤੁਸੀਂ ਉਸ ਕੈਟਾਗਰੀ ਦੇ ਵਿੱਚ ਮੁਹਾਰਤ ਹਾਸਲ ਕੀਤੀ ਹੋਈ ਆ, ਪੜ੍ਹੇ ਲਿਖੇ ਹੋ, ਤਾਂ ਜ਼ਰੂਰ ਮੋਸਟ ਵੈਲਕਮ। ਕਿ ਇੱਥੇ ਹੀ ਨਹੀਂ, ਹੋਰ ਵੀ ਬਹੁਤ ਸਾਰੀਆਂ ਕੰਟਰੀਆਂ ਹੈਗੀਆਂ ਜਿੱਥੇ ਕਿ ਤੁਹਾਨੂੰ ਮੌਕਾ ਮਿਲ ਸਕਦਾ, ਪਰ ਗੱਲ ਇਹ ਆ ਕਿ ਜ਼ਰੂਰ ਸਕਿੱਲ ਹੋਣੀ ਚਾਹੀਦੀ ਆ ਤੇ ਜਾਂ ਫਿਰ ਪੜ੍ਹਾਈ। ਸੱਤੀ ਇੱਥੇ ਮੈਂ ਇਹ ਵੀ ਕਹੂੰਗਾ, ਮੈਨੂੰ ਪਤਾ ਸਾਡੇ ਇਲੈਕਸ਼ਨਸ ਵੀ ਆ ਰਹੇ ਹੈਗੇ ਸਾਡੇ ਪੰਜਾਬ ਦੇ ਵਿੱਚ ਜੀ, ਤੇ ਮੈਂ ਇਹ ਵੀ ਕਹੂੰਗਾ ਜਿਹੜੀ ਵੀ ਪਾਰਟੀ ਨੇ ਕੱਲ੍ਹ ਨੂੰ ਆਉਣਾ ਹੈਗਾ, ਹਰ ਇੱਕ ਪਾਰਟੀ ਨੂੰ ਮੈਂ ਇਹ ਕਹੂੰਗਾ ਐਜੂਕੇਸ਼ਨ ਜੋ ਹੈਗੀ ਹੈ ਇਹ ਸਾਡੀ ਫਿਊਚਰ ਹੋਣੀ ਪੰਜਾਬ ਦੀ। ਤੇ ਅੱਗੇ ਪੰਜਾਬ ਦਾ ਯੂਥ ਬਾਹਰ ਆਉਣਾ ਚਾਹੁੰਦਾ ਹੈਗਾ, ਅੱਗੇ ਪੜ੍ਹਿਆ ਲਿਖਿਆ ਹੈਗਾ, ਐਕਸਪੀਰੀਅੰਸਡ ਹੈਗਾ, ਹਾਈਲੀ ਕੁਆਲੀਫਾਈਡ ਹੈਗਾ, ਇੰਡੀਆ 'ਚ ਵੀ ਰਹਿ ਕੇ, ਪੰਜਾਬ 'ਚ ਵੀ ਰਹਿ ਕੇ ਜਾਂ ਬਾਹਰਲੇ ਮੁਲਕਾਂ 'ਚ ਜਾ ਕੇ ਵਧੀਆ ਨੌਕਰੀਆਂ ਕਰੇ। ਹੁਣ ਸੱਤੀ ਤੁਹਾਡੇ ਸਾਹਮਣੇ ਹੈਗੇ ਜੀ, ਮੈਜੋਰਟੀ ਕੇ ਸਾਡੇ ਸਟੂਡੈਂਟਸ ਪੰਜਾਬ ਤੋਂ ਆਉਂਦੇ ਹੈਗੇ, ਅਨਫੋਰਚੂਨਟਲੀ ਕਿਹਦਾ ਕੰਮ ਕਰਦੇ ਹੈਗੇ? ਲੇਬਰ ਦਾ ਕੰਮ। ਦੁਕਾਨ 'ਚ ਆਪਾਂ ਚਲ ਜੀਦਾ ਹੈਗਾ, ਆਪਾਂ ਬਿਲਡਿੰਗ ਸਾਈਟ 'ਚ ਚਲ ਜੀਦਾ ਹੈਗਾ। ਆਮ ਤੌਰ ਆਪਾਂ ਆਪਣੇ ਪੰਜਾਬੀ ਭਾਈਚਾਰੇ ਦੱਸਿਆ ਹੁੰਦਾ ਜੋ ਨਵਾਂ ਆਇਆ ਹੈਗਾ, ਕਿ ਨਵੀਂ ਪੀੜ੍ਹੀ ਆਈ ਹੈਗੀ ਤੇ ਕੰਮ ਕਰਨ ਵਾਸਤੇ। ਮਗਰ ਅੱਗੇ ਉਹੀ ਬੱਚੇ ਆ ਕੇ ਐਕਸਪੀਰੀਅੰਸ ਹੁੰਦੇ, ਵਧੀਆ ਨੌਕਰੀਆਂ ਲੈਂਦੇ ਹੈਗੇ ਆ। ਵਰਕ ਪਰਮਿਟ ਦੇ ਵਿੱਚ ਮੈਂ ਕਹਿੰਦਾ ਕੋਈ ਕੰਪਨੀ ਇਹਨਾਂ ਨੂੰ ਹੋਣੀ ਹੈਗੀ। ਇਨਫੈਕਟ ਅੱਜ ਦੇ ਤੱਕ ਲਈ ਇਹ ਜਿੰਨੇ ਵੀ ਨਰਸਿੰਗ ਹੋਮਸ ਹੈਗੇ, ਕੇਅਰ ਹੋਮਸ ਹੈਗੇ, ਇਹ ਸਾਡੀਆਂ ਲੜਕੇ ਤੇ ਲੜਕੀਆਂ ਆਏ ਹੁੰਦੇ ਹੈਗੇ ਕਿ ਪਹਿਲਾਂ ਐਕਸਪੀਰੀਅੰਸ ਹੋਏ ਹੁੰਦੇ ਹੈਗੇ, ਨਰਸਿਸ ਦੇ ਕੁਆਲੀਫਿਕੇਸ਼ਨ ਹਾਸਲ ਇੱਥੇ ਕਰ ਲੈਂਦੇ, ਕਿੰਨੀ ਆਸਾਨੀ ਦੇ ਨਾਲ ਉਹਨੂੰ ਵਰਕ ਪਰਮਿਟ ਸਮਝਦੇ। ਕਿੰਨੇ ਬੱਚੇ ਹੈਗੇ ਜੋ ਸਟੂਡੈਂਟਸ ਆਏ ਜਿਹਨੂੰ ਦਿੱਕਤ ਪੈ ਰਹੀ ਹੈ ਇਸ ਵਕਤ ਵਰਕ ਪਰਮਿਟ ਲੱਭਣ ਵਾਸਤੇ। ਕਿਉਂ? ਬਿਕੋਜ਼ ਇੱਕ ਪਾਸੇ ਜਿੱਥੇ ਵਰਕ ਪਰਮਿਟ ਜਾਣਾ ਆ ਜਾਂ ਸਪਾਂਸਰਸ਼ਿਪ ਹੈਗੇ ਲੱਭਣਾ ਹੈਗਾ, ਕਮ ਸੇ ਕਮ ਉਹਨੇ ਵੀ ਦੇਖਣਾ ਹੈਗਾ ਐਕਸਪੀਰੀਅੰਸ ਤੁਹਾਡੀ ਕੀ ਹੈਗੀ ਆ। ਓਬਵੀਅਸਲੀ ਆਪਾਂ ਬਿਲਡਰ ਕੋਲ ਜਾ ਕੇ ਪੁੱਛਣਾ ਹੈਗਾ ਜਾਂ ਕਿਸੇ ਸ਼ਾਪ 'ਚ ਜਾ ਕੇ ਕੰਮ ਕਰਨਾ ਹੈਗਾ, ਫਿਰ ਕੰਮ ਤਾਂ ਉਸੇ ਹਿਸਾਬ ਨਾਲ ਹੀ ਮਿਲਣਾ ਹੈਗਾ ਜੀ। ਬੇਸ਼ੱਕ ਆਪਾਂ ਕਹਿ ਦਿੰਦੇ ਹਾਂ ਸਾਨੂੰ ਇਲੈਕਟ੍ਰੀਸ਼ੀਅਨਸ ਚਾਹੀਦੇ ਆ, ਸਾਨੂੰ ਪਲੰਬਰਸ ਚਾਹੀਦੇ ਹੈਗੇ ਆ। ਮੈਨੂੰ ਪਤਾ ਸਾਡੇ ਪੰਜਾਬੀਆਂ 'ਚ ਜਾ ਕੇ ਕੰਮ ਕਰਕੇ ਯੂਜ਼ਲੀ ਸਾਨੂੰ ਲੇਬਰ ਤੋਂ ਹੀ ਸ਼ੁਰੂ ਕਰਨੀ ਪੈਂਦੀ ਹੈਗੀ ਆ। ਉਹ ਬੇਸ਼ੱਕ ਆਪਾਂ ਦੁਕਾਨ 'ਚ ਕੰਮ ਕਰਦੇ ਹੈਗੇ ਆ ਜਾਂ ਕੰਸਟਰਕਸ਼ਨ 'ਚ ਕੰਮ ਕਰਦੇ ਹੈਗੇ ਆ। ਸੋ ਸ਼ਾਇਦ ਸਾਡੀ ਆਪਣੀ ਸੋਚ ਪੰਜਾਬ 'ਚ ਵੀ ਬਦਲਣੀ ਚਾਹੀਦੀ ਹੈ। ਸੋ ਆਉਂਦੀ ਪੀੜ੍ਹੀ ਜੋ ਹੈਗੀ ਆ ਉਹ ਕਮ ਸੇ ਕਮ ਵਧੀਆ ਨੌਕਰੀਆਂ ਲੈ ਕੇ ਆਵੇ, ਲੇਬਰ ਆ ਕੇ ਨਾ ਕਰੇ। ਬਿਲਕੁਲ ਭਾਜੀ ਉਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਹੈਗੀ ਆ ਕਿ ਬੇਸ਼ੱਕ ਸਾਨੂੰ ਪਤਾ ਕਿ ਹੋਰ ਥੋੜ੍ਹੇ ਜਿਹੇ ਸਮੇਂ ਤੇ ਵੋਟਾਂ ਹੋਣੀਆਂ, ਪੰਜਾਬ ਦੇ ਵਿੱਚ ਇਲੈਕਸ਼ਨਸ ਹੋਣੀਆਂ। ਹਰ ਇੱਕ ਗੌਰਮੈਂਟ ਜਿਹੜੀ ਆ, ਹਰ ਇੱਕ ਜਿਹੜੀ ਪਾਰਟੀ ਆ, ਉਹਦਾ ਇੱਕੋ ਇਸ ਟਾਈਮ ਏਜੰਡਾ ਆ ਕਿ ਲੋਕਾਂ ਨੂੰ ਭਰਮਾਇਆ ਕਿੱਦਾਂ ਜਾਵੇ, ਕਿੱਦਾਂ ਇਹਨਾਂ ਦਾ ਜਿਹੜਾ ਮਾਈਂਡ ਸੈੱਟ ਆ ਉਹਨੂੰ ਆਪਣੇ ਵੱਲ ਕੀਤਾ ਜਾਵੇ, ਕਿੱਦਾਂ ਇਹਨਾਂ ਦੀ ਸੋਚ ਨੂੰ ਮੈਨੀਪੂਲੇਟ ਕੀਤਾ ਜਾਵੇ। ਕੀ ਕਰ ਰਹੇ ਆ? ਤੁਹਾਨੂੰ ਹਰ ਇੱਕ ਚੀਜ਼ ਫ੍ਰੀ, ਹਰ ਇੱਕ ਚੀਜ਼ ਫ੍ਰੀ। ਸੋਚਿਆ ਕਦੇ ਕਿ ਅਸੀਂ ਮੰਗਤੇ ਨਹੀਂ ਆ, ਸਾਨੂੰ ਹੱਕ ਚਾਹੀਦੇ ਨੇ। ਉਹ ਹੱਕ ਕੀ ਆ? ਅਸੀਂ ਵਧੀਆ ਸਿਸਟਮ ਚਾਹੁੰਦੇ ਹਾਂ, ਵਧੀਆ ਪੜ੍ਹਾਈ ਐਜੂਕੇਸ਼ਨ ਸਿਸਟਮ ਚਾਹੁੰਦੇ ਹਾਂ, ਅਤੇ ਉਸ ਸਿਸਟਮ ਦੀ ਐਜੂਕੇਸ਼ਨ ਤੋਂ ਬਾਅਦ ਦੇ ਵਿੱਚ ਵਧੀਆ ਥਾਂ ਚਾਹੁੰਦੇ ਹਾਂ, ਇੱਕ ਸਿਸਟਮ ਚਾਹੁੰਦੇ ਜਿੱਥੇ ਕਿ ਅਸੀਂ ਬੈਠ ਕੇ ਆਪਣੇ ਪਰਿਵਾਰ ਦਾ ਢਿੱਡ ਭਰ ਸਕੀਏ, ਤਾਂ ਕਿ ਵਿਦੇਸ਼ਾਂ ਦੇ ਦੌਰੇ ਨਾ ਕਰਨੇ ਪੈਣ। ਆਪਣੀ ਪੰਜਾਬ ਦੀ ਮਿੱਟੀ
ਇੰਡੀਆ ਦੀ ਮਿੱਟੀ ਨੂੰ ਛੱਡ ਕੇ ਵਿਦੇਸ਼ਾਂ ਦੇ ਵਿੱਚ ਜਾ ਕੇ ਆਪ ਦੁਬਾਰਾ ਉਹ ਸਿਸਟਮ ਦੇ ਵਿੱਚ ਰਹਿ ਕੇ ਤੇ ਦੁਬਾਰਾ ਬਾਹਰਲੇ ਸਿਸਟਮ ਨੂੰ ਅਡਾਪਟ ਕਰਕੇ ਦੁਬਾਰਾ ਜ਼ਿੰਦਗੀ ਸ਼ੁਰੂਆਤ ਨਾ ਕਰਨੀ ਪਵੇ। ਇਹ ਚੀਜ਼ਾਂ ਨੂੰ ਬਹੁਤ ਸੋਚਣਾ ਪਵੇਗਾ। ਤੁਸੀਂ ਸਾਡੇ ਨਾਲੋਂ ਜ਼ਿਆਦਾ ਸਿਆਣੇ ਹੋ। ਸਿਰਫ ਕਰਨਾ ਕੀ ਆ ਕਿ ਆਪਣੀ ਵੋਟ ਜਿਹੜੀ ਆ ਉਹਦਾ ਸਹੀ ਇਸਤੇਮਾਲ ਕਰਨਾ। ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਜੇ ਕੋਈ ਇਨਸਾਨ ਕੋਈ ਚੰਗਾ ਕੰਮ ਕਰਦਾ ਆ ਉਹਨੂੰ ਵੋਟ ਦਿਓ, ਛੱਡੋ ਪਰੇ ਉਹ ਟਾਈਮ ਗਿਆ। ਨਹੀਂ ਤਾਂ ਤੁਸੀਂ ਪਿਛਲੇ ਸਾਲ 1.5 ਸਾਲ ਦੇ ਵਿੱਚ ਦੇਖ ਲਿਆ ਕਿ ਜਿਨ੍ਹਾਂ ਨੂੰ ਕਦੇ ਤੁਸੀਂ ਦੇਖਿਆ ਤੱਕ ਨਹੀਂ ਸੀਗਾ, ਜਿਨ੍ਹਾਂ ਦੀਆਂ ਗੱਡੀਆਂ, ਕਿਉਂਕਿ ਹੁਣ ਗਾਣੇ ਵੀ ਹੁਣ ਤਾਂ ਚੱਲਣ ਲੱਗ ਪਏ ਨੇ ਕਿ ਮੰਤਰੀ ਦੀ ਗੱਡੀ ਦੀ ਸੀ, ਲੱਗਦਾ ਇਲੈਕਸ਼ਨ ਲੱਗੇ ਨੇ। ਬਿਲਕੁਲ ਸਹੀ ਗੱਲ ਆ। ਇਹਨਾਂ ਦੀਆਂ ਗੱਡੀਆਂ ਤੁਹਾਨੂੰ ਫੇਰ ਦੁਬਾਰਾ 5 ਸਾਲਾਂ ਬਾਅਦ ਹੀ ਦਿਸਣਗੀਆਂ ਜੇ ਤੁਸੀਂ ਸਹੀ ਤੇ ਕੰਮ ਵਾਲੇ ਬੰਦੇ ਨਾ ਚੁਣੇ। ਤੇ ਆਪਣਾ ਜਿਹੜਾ ਤੁਹਾਡਾ ਫਿਊਚਰ ਆ ਤੁਹਾਡੇ ਹੱਥ ਵਸ ਆ। ਕਰਨਾ ਕੀ ਆ, ਜਦੋਂ ਇਲੈਕਸ਼ਨਸ ਹੋਈਆਂ ਸਹੀ ਵੋਟ ਪਾਉਣੀ ਜ਼ਰੂਰ ਆ ਤੇ ਉਹਦਾ ਸਹੀ ਇਸਤੇਮਾਲ ਕਰਨਾ, ਸਹੀ ਇਨਸਾਨ ਨੂੰ ਪਾਉਣੀ ਆ। 200-400 ਰੁਪਏ ਦੇ ਮਗਰ ਲਾ ਕੇ ਵੋਟ ਦਾ ਗਲਤ ਇਸਤੇਮਾਲ ਨਾ ਕਰੋ। ਉਹਦਾ ਕੀ ਆ, ਤੁਹਾਡਾ 200-400 ਦਾ ਜਿਹੜਾ ਦਿੱਤਾ ਲਿਆ ਹੈ, ਜੋ ਜਿੰਨਾ ਵੀ ਲੈਣੇ ਆ ਜਾਂ ਕੁਝ ਵੀ ਆ, ਉਹ ਤਾਂ ਨੁਕਸਾਨ ਸਾਰਿਆਂ ਨੂੰ ਭੁਗਤਣਾ ਪੈਂਦਾ ਆ। ਸੱਤੀ ਚੀਜ਼ਾਂ ਤੋਂ ਇਨਫੈਕਟ ਮੈਂ ਇਹ ਕਹਿੰਦਾ ਬੜੀ ਅਫਸੋਸ ਵਾਲੀ ਗੱਲ ਹੈਗੀ। ਤਾਂ ਮੈਂ ਬਹੁਤ ਦੇਖਿਆ ਹੈਗਾ ਇੰਡੀਆ ਦੇ ਵਿੱਚ ਜਾਈਦਾ ਸੀ ਜਾਂ ਆਪਾਂ ਐਡਵਾਈਸ ਕਰੀਦਾ ਸੀ, ਜੋ ਬੱਚਿਆਂ ਨੂੰ ਸਲਾਹ ਦੇ ਸੀ, ਬਿਕਾਜ਼ ਆਮ ਤੌਰ ਤੇ ਬੱਚੇ ਨਾਲ ਮਾਪੇ ਹੁੰਦੇ ਹੈਗੇ ਆ, ਬਜ਼ੁਰਗ ਹੁੰਦੇ ਹੈਗੇ ਆ ਸਲਾਹ ਲੈਣ ਵਾਸਤੇ। ਤਾਂ ਆਮ ਤੌਰ ਤੇ ਬੱਚੇ ਨੂੰ ਕੀ ਸਲਾਹ ਦਿੱਤੀ ਜਾਂਦੀ ਹੈ ਪਿੰਡਾਂ ਦੇ ਵਿੱਚ ਖਾਸ ਕਿਸਮ। ਤਾਂ ਹੁਣ ਕੋਈ ਬੁਰਾ ਨਾ ਬਣਿਓ, ਇਹ ਸਹੀ ਲੱਗਦਾ ਤਾਂ ਜ਼ਰੂਰ ਤੁਸੀਂ ਸ਼ੇਅਰ ਕਰਿਓ। ਆਮ ਤੌਰ ਤੇ ਬੱਚੇ ਨੂੰ ਇਹ ਦੱਸਿਆ ਜਾਂਦਾ ਕਿ ਪੰਜਾਬ ਦੇ ਵਿੱਚ ਵੱਡਾ ਹੋ ਕੇ ਤੁਸੀਂ ਕੀ ਬਣਨਾ ਆ, ਡਾਕਟਰ ਬਣਨਾ ਹੈ, ਇੰਜੀਨੀਅਰ ਬਣਨਾ ਹੈ, ਟੀਚਰ ਬਣਨਾ ਹੈ ਜਾਂ ਵਕੀਲ ਬਣਨਾ ਹੈ। ਜੀ ਨਹੀਂ, ਇਹ ਦੱਸਿਆ ਜਾਂਦਾ ਹੈਗਾ ਕੋਈ ਨਾ 10ਵੀਂ ਪਾਸ ਕਰ ਲਾ, ਤੈਨੂੰ ਬਾਹਰ ਭੇਜ ਦੇਣਾ। ਇਹ ਗੱਲ ਜੋ ਆਪਾਂ ਬੱਚੇ ਨੂੰ ਕਿ ਛੋਟੇ ਉਮਰ 'ਚ ਆਪਾਂ ਕੀੜਾ ਪਾ ਦਿੰਦੇ ਦਿਮਾਗ ਦੇ ਵਿੱਚ, ਤਾਂ ਓਬਵੀਅਸਲੀ ਉਹਨੇ ਪੜ੍ਹਾਈ ਛੱਡ ਦੇਣੀ ਆ ਕਿ ਉਹਨੂੰ ਪਤਾ ਮੈਂ ਵੱਡਾ ਹੋ ਕੇ ਮੈਂ ਬਾਹਰ ਹੀ ਜਾਣਾ ਹੈਗਾ। ਮੇਰੇ ਰਿਸ਼ਤੇਦਾਰ ਬਾਹਰ ਗਏ ਹੈਗੇ ਆ, ਮੇਰਾ ਗਵਾਂਢ ਬਾਹਰ ਗਿਆ ਹੈਗਾ, ਉੱਥੇ ਜਾ ਕੇ ਉਹ ਸੈੱਟ ਹੋ ਚੁੱਕਾ ਹੈਗਾ, ਮੈਂ ਵੀ ਬਾਕੀ ਸੈੱਟ ਹੋਊਂਗਾ। ਮਗਰ ਆਪਾਂ ਉਹੀ ਚੇਂਜ ਕਰ ਦਈਏ, ਵੱਡਾ ਹੋ ਕੇ ਆਪਾਂ ਵਕੀਲ ਬਣਨਾ ਹੈ, ਵੱਡੇ ਹੋ ਕੇ ਆਪਾਂ ਡਾਕਟਰ ਬਣਨਾ ਹੈ, ਇੰਜੀਨੀਅਰ ਬਣਨਾ ਹੈਗਾ, ਤਾਂ ਤਰੱਕੀ ਓਬਵੀਅਸਲੀ ਤਰੱਕੀ ਤਾਂ ਆਉਣੀ ਹੈਗੀ ਆ। ਮਗਰ ਇੱਕ ਮਾਈਂਡਸੈਟ ਹੈਗਾ, ਮੈਂ ਕਹਿੰਦਾ ਸ਼ਾਇਦ ਪੰਜਾਬ ਦੀ ਫਿਊਚਰ ਕਹਿ ਲਓ ਸਾਨੂੰ ਨਹੀਂ ਦਿਸ ਰਹੀ ਹੈਗੀ, ਜਾਂ ਸਾਨੂੰ ਪੰਜਾਬ 'ਚ ਉਹ ਚੀਜ਼ ਨਹੀਂ ਦਿਸਦੀ ਹੈਗੀ, ਸੋ ਆਪਾਂ ਬਾਹਰ ਦੇਖਦੇ ਹੈਗੇ ਆ। ਮਗਰ ਇਹ ਬਦਲਣਾ ਆਪਾਂ ਹੀ ਬਦਲਣਾ ਹੈਗਾ। ਸੋ ਮੈਂ ਜ਼ਰੂਰ ਕਹੂੰਗਾ ਐਜੂਕੇਸ਼ਨ ਇਜ਼ ਅ ਮਸਟ। ਇਨਫੈਕਟ ਸਭ ਤੋਂ ਇੰਪੋਰਟੈਂਟ ਚੀਜ਼ ਜੋ ਹੈਗੀ ਆ ਇਜ਼ ਐਜੂਕੇਸ਼ਨ। ਯੂਕੇ 'ਚ ਆਪਾਂ ਹੀ ਸੁਣੀਦਾ ਹੈਗਾ ਫਰਮ ਦ ਮੰਤਰੀਜ਼, ਹੋਪਫੁਲੀ ਵੀਲ ਸੀ ਦ ਸੇਮ ਥਿੰਗ ਇਨ ਇੰਡੀਆ। ਬਿਲਕੁਲ ਸਹੀ ਗੱਲ ਆ। ਤੇ ਹੋਪਫੁਲੀ ਕਿ ਜਿਹੜਾ ਤੁਹਾਡਾ ਫਿਊਚਰ ਆ ਤੁਹਾਡੇ ਆਪ ਦੇ ਹੱਥ ਵਸ ਆ। ਤੇ ਕਰਨਾ ਕੀ ਆ, ਸਹੀ ਜਿਹੜੀ ਗੌਰਮੈਂਟ ਆ ਉਹਨੂੰ ਚੁਣੋ, ਸਹੀ ਪਾਰਟੀ ਨੂੰ ਚੁਣ ਕੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੋ। ਪਰ ਫਿਰ ਵੀ ਆਖਰ ਦੇ ਵਿੱਚ ਇਹ ਆ ਕਿ ਗੌਰਮੈਂਟ ਜਿਹੜੀਆਂ ਬਾਈਬਲ ਸਮਟਾਈਮਸ ਇਹ ਹੁੰਦਾ ਕਿ ਸਿਸਟਮ ਹੁੰਦਾ ਆ, ਅਸੀਂ ਸਿਸਟਮ ਨੂੰ ਮਿਸਯੂਜ਼ ਕਰ ਦਿੰਦੇ ਆ। ਇਹ ਸਾਡਾ ਹਮੇਸ਼ਾ ਹੀ ਰਿਹਾ ਕਿ ਅਸੀਂ ਸ਼ਾਰਟਕਟ ਜਿਹੜਾ ਆ ਉਹਦੇ ਲਈ ਹਰ ਇੱਕ ਇਨਸਾਨ ਜਿਹੜਾ ਆ ਛੇਤੀ ਤਰੱਕੀ ਵੀ ਚਾਹੁੰਦਾ ਆ, ਛੇਤੀ ਪੈਸਾ ਵੀ ਚਾਹੁੰਦਾ ਆ, ਤੇ ਉਹਦੇ ਲਈ ਅਸੀਂ ਸ਼ਾਰਟਕਟ ਯੂਜ਼ ਕਰਦੇ ਆ। ਕਦੇ ਸਹੀ ਰਾਹ ਜਿਹੜਾ ਆ ਲੰਬਾ ਬੇਸ਼ੱਕ ਹੁੰਦਾ, ਪਰ ਉਹਦੀ ਜਿਹੜੀ ਸਕਸੈਸ ਆ ਉਹ ਬਹੁਤ ਮਜ਼ੇਦਾਰ ਹੁੰਦੀ ਆ ਤੇ ਉਹ ਲੰਬਾ ਸਮਾਂ ਤੁਹਾਡੇ ਨਾਲ ਚੱਲਦੀ ਆ। ਤੇ ਹਾਂਜੀ ਭਾਜੀ, ਹੁਣ ਥੋੜਾ ਬਹੁਤਾ ਜਿਹੜਾ ਰੁਝਾਨ ਆ ਗੱਲਾਂ ਬਾਤਾਂ ਤੋਂ ਬਾਹਰ ਨਿਕਲ ਕੇ ਆ ਜਾਈਏ ਕਿ ਸਿਸਟਮ ਜਿਹੜਾ ਆ ਉਹ ਡਿਮਾਂਡ ਕਰ ਰਿਹਾ ਕਿ ਇਸ ਟਾਈਮ ਜਿਹੜੇ ਵੱਧ ਤੋਂ ਵੱਧ ਵੀਜ਼ੇ ਆ ਉਹ ਲੱਗਣੇ ਵੀ ਚਾਹੀਦੇ ਆ। ਤੇ ਇਸ ਟਾਈਮ ਦੇ ਉੱਤੇ ਦੁਨੀਆ ਤੋਂ ਹੁਣ ਕਿਉਂਕਿ ਕਰੋਨਾ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਵਿਆਹ ਸ਼ਾਦੀਆਂ ਵੀ ਹੋ ਰਹੇ ਆ, ਲੋਕ ਬਰਥਡੇ ਪਾਰਟੀਆਂ ਵੀ ਮਨਾ ਰਹੇ ਆ। ਤੇ ਇਹ ਆ ਕਿ ਕੁਐਸਚਨ ਆਇਆ ਸੀਗਾ ਦਵਿੰਦਰ ਭਾਜੀ ਉਹਨਾਂ ਨੇ ਈਮੇਲ ਕਰਕੇ ਪੁੱਛਿਆ ਸੀਗਾ ਕਿ ਉਹ ਆਪਣੇ ਕਜ਼ਨ ਨੂੰ ਇੰਡੀਆ ਤੋਂ ਸਪਾਂਸਰ ਕਰਨਾ ਚਾਹੁੰਦੇ ਆ ਪਰ ਬਰਥਡੇ ਪਾਰਟੀ ਦੇ ਲਈ, ਠੀਕ ਹੈ। ਤੇ ਉਹਨਾਂ ਦੀ ਬੇਟੀ ਦਾ ਬਰਥਡੇ 18ਵਾਂ ਤੇ ਉਹ ਸੈਲੀਬ੍ਰੇਟ ਕਰ ਰਹੇ ਆ। ਤੇ ਉਹਦੇ ਲਈ ਕੀ ਭਾਈ ਡਾਕੂਮੈਂਟ ਇਹ ਥੋੜੀ ਬਹੁਤੀ ਅਪਡੇਟ ਦਿੰਦੇ ਜਾਓ, ਕਿਉਂਕਿ ਵਿਆਹ ਵਾਲੀ ਤਾਂ ਬਹੁਤ ਵਾਰੀ ਆਪਾਂ ਕੀਤੀ ਆ, ਬਰਥਡੇ ਤੇ ਉਹ ਮੰਗਾਉਣਾ ਚਾਹੁੰਦੇ ਆ, ਸਪਾਂਸਰ ਕਰਨਾ ਚਾਹੁੰਦੇ, ਉਹਦੇ ਲਈ ਕੀ ਕਰਨਾ ਪੈਣਾ? ਸਤੀ ਪਹਿਲੀ ਚੀਜ਼ ਨਾ, ਅਗਰ ਆਪਾਂ ਕਿਸੇ ਰਿਸ਼ਤਾ ਨੂੰ ਯੂਕੇ 'ਚ ਸੱਦਣਾ ਹੈਗਾ ਘੁੰਮਣ ਫਿਰਨ ਵਾਸਤੇ ਜੀ, ਪਹਿਲੀ ਚੀਜ਼ ਸਾਨੂੰ ਕੋਈ ਬਹਾਨੇ ਦੀ ਲੋੜ ਨਹੀਂ ਹੈਗੀ। ਇੱਕ ਰਿਸ਼ਤੇਦਾਰੀ ਇੱਕ ਬਹਾਨਾ ਹੁੰਦਾ ਹੈਗਾ। ਕਿਸੇ ਇੱਕ ਆਪਣੇ ਮਦਰ ਫਾਦਰ ਨੂੰ ਮਿਲਣ ਜਾਣਾ ਹੈਗਾ, ਕਿਸੇ ਨੇ ਆਪਣੇ ਬ੍ਰਦਰ ਸਿਸਟਰ ਨੂੰ ਮਿਲਣਾ ਜਾਣਾ ਹੈ, ਅੰਕਲਸ ਆਪਣੇ ਫਰੈਂਡਸ ਨੂੰ ਵੀ ਜਾ ਕੇ ਮਿਲਣਾ ਹੈਗਾ। ਜਦੋਂ ਆਪਾਂ ਇੱਥੇ ਇੰਡੀਆ ਜਾ ਕੇ ਵੀ ਕਿਸੇ ਨੂੰ ਮਿਲੀਦਾ ਹੈਗਾ, ਇਹਦਾ ਇੰਡੀਆ ਵਾਲਿਆਂ ਦਾ ਵੀ ਹੱਕ ਹੈਗਾ ਯੂਕੇ ਆਉਣ ਵਾਸਤੇ। ਮਗਰ ਜਿਹੜੇ ਡਾਕੂਮੈਂਟ ਸਾਨੂੰ ਚਾਹੀਦੇ ਹੁੰਦੇ ਆ ਉਹ ਸਾਨੂੰ ਧਿਆਨ ਰੱਖਣਾ ਚਾਹੀਦਾ, ਬਿਕਾਜ਼ ਇਮੀਗ੍ਰੇਸ਼ਨ ਆਫਿਸ ਵੀਜ਼ਾ ਸਿਰਫ ਤਾਂ ਹੀ ਦੇਣਾ ਅੱਗੇ ਨੂੰ ਤਸੱਲੀ ਹੁੰਦੀ ਆ ਤੁਸੀਂ ਯੂਕੇ ਜਾ ਕੇ ਵਾਪਸ ਆ ਜਾਣਾ। ਦੀ ਇੰਟੈਂਸ਼ਨ ਟੂ ਰਿਟਰਨ ਟੈਸਟ, ਤਾਂ ਉਹਦੇ ਵਾਸਤੇ ਸਾਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਹੈਗੀ ਆ? ਵੈਲ, ਨੰਬਰ 1 ਇੱਕ ਸਪਾਂਸਰ ਯੂਕੇ 'ਚ ਹੈਗਾ ਜੋ ਤੁਹਾਡੀ ਇੱਕ ਜ਼ਿੰਮੇਵਾਰੀ ਲੈਣ ਨੂੰ ਤਿਆਰ ਹੈਗਾ, ਤੁਹਾਨੂੰ ਸੱਦਣ ਨੂੰ ਵੀ ਤਿਆਰ ਹੈਗਾ। ਉਹਨੂੰ ਤੁਸੀਂ ਰਾਹਦਰੀ ਮੰਗਾ ਸਕਦੇ ਹੋ। ਅਤੇ ਸਪਾਂਸਰ ਆਪਣੇ ਪਾਸਪੋਰਟ ਦੀ ਕਾਪੀ, ਆਈਡੈਂਟਿਟੀ ਦਿਖਾਉਣ ਵਾਸਤੇ ਇੱਥੇ ਪੱਕਾ ਆ, ਸੈਟਲਡ ਆ, ਨਾਲ ਦੀ ਨਾਲ ਇਨਕਮ ਦੀ ਐਵੀਡੈਂਸ, ਸੋ ਪੇ ਸਲਿਪਸ, ਬੈਂਕ ਸਟੇਟਮੈਂਟਸ, ਘਰ ਦਾ ਸਬੂਤ, ਦਿਖਾਉਣ ਵਾਸਤੇ ਰਹਿਣ ਦੀ ਜਗ੍ਹਾ ਵੀ ਹੈਗੀ ਹੈ। ਤਾਂ ਸਪਾਂਸਰ ਨੇ ਐਂਡ ਦੇ ਕਰਨਾ ਕੀ ਆ, ਉਹਨਾਂ ਦਾ ਵੱਧ ਤੋਂ ਵੱਧ ਇਹ ਹੈਗਾ ਕਿ ਆਊਗਾ ਤੁਸੀਂ ਉਹਨੂੰ ਰਹਿਣ ਵਾਸਤੇ ਜਗ੍ਹਾ ਵੀ ਦੇ ਸਕਦੇ ਆ, ਰੋਟੀ ਪਾਣੀ ਤੱਕ ਵੀ ਤੁਸੀਂ ਦੇ ਸਕਦੇ ਹੈਗੇ ਆ, ਆਫਰ ਕਰ ਸਕਦੇ ਹੈਗੇ। ਸੋ ਇੱਥੇ ਆ ਕੇ ਹੋਟਲਾਂ 'ਚ ਰਹਿਣ ਦੀ ਲੋੜ ਨਹੀਂ, ਜਿਹਦਾ ਖਰਚਾ ਸਿਰ ਪੈਂਦਾ ਹੈਗਾ। ਮਗਰ ਇੰਡੀਆ 'ਚ ਵੀ ਦਿਖਾਉਣਾ ਹੁੰਦਾ ਹੈ ਤੁਸੀਂ ਵਾਪਸ ਜਾਣਾ ਹੈਗਾ। ਤਾਂ ਸਭ ਤੋਂ ਜ਼ਿਆਦਾ ਰੀਜ਼ਨ ਜੋ ਲੋਕਾਂ ਨੂੰ ਨਾ ਕਿਹੜੀ ਹੁੰਦੀ ਹੈਗੀ ਉਹ ਤਾਂ ਹੁੰਦੇ ਕਿ ਇੰਡੀਆ 'ਚ ਕਾਗਜ਼ ਸਹੀ ਢੰਗ ਨਾਲ ਨਹੀਂ ਦਿਖਾਏ ਹੁੰਦੇ ਹੈਗੇ। ਇਨਫੈਕਟ ਆਮ ਤੌਰ 'ਤੇ ਕੀ ਹੁੰਦਾ, ਇਹ ਕਿਹਾ ਜਾਂਦਾ ਹੈਗਾ ਤੁਹਾਨੂੰ ਇੰਡੀਆ ਦੇ ਵਿੱਚ ਬੈਂਕ ਬੈਲੈਂਸ ਦਿਖਾਉਣਾ ਹੁੰਦਾ ਹੈ,
ਜਿੰਨ ਤੱਕ 4-5 ਲੱਖ ਰੁਪਏ ਅਕਾਊਂਟ 'ਚ ਨਹੀਂ ਹੈਗਾ ਸ਼ਾਇਦ ਤੁਹਾਨੂੰ ਵੀਜ਼ਾ ਹੀ ਨਹੀਂ ਮਿਲਣਾ। ਇਨਫੈਕਟ ਲੋਕ ਮੈਨੂੰ ਹੀ ਪਹਿਲਾਂ ਹੀ ਪੁੱਛਦੇ ਹੁੰਦੇ ਆ ਇੰਡੀਆ 'ਚ ਬੈਂਕ ਬੈਲੈਂਸ ਆਪਾਂ ਕਿੰਨਾ ਕੁ ਦਿਖਾਈਏ। ਮੈਂ ਲੋਕਾਂ ਨੂੰ ਕਹਿੰਦਾ ਬੈਂਕ ਬੈਲੈਂਸ ਵੱਲ ਧਿਆਨ ਨਾ ਦਿਆ ਕਰੋ। ਬੈਂਕ ਬੈਲੈਂਸ ਨਾਲ ਇਹ ਸੋਚੋ ਤੁਹਾਡੀ ਜੋ ਮੰਥਲੀ ਇਨਕਮ ਹੈਗੀ ਆ, ਜੋ ਪੈਸੇ ਆਈ ਚਲਾਈ ਤੁਹਾਡੇ ਅਕਾਊਂਟ 'ਚ ਜਮ੍ਹਾਂ ਹੁੰਦੇ ਹੈਗੇ, ਉਹਦੇ ਵੱਲ ਧਿਆਨ ਦਿਓ। ਸੋ ਉਹਦੇ ਵਿੱਚ ਜੋ ਕਿ ਮੇਨ ਹੈਗਾ, ਮੱਖੀ ਨਹੀਂ ਇੱਥੇ ਪੋਜ਼ ਕਰਦੇ ਬਾਬਾ, ਦੂਜਾ ਕੱਟ ਮਾਰਨਾ ਪੈਣਾ, ਬਾਅਦ ਦੇ ਵਿੱਚ ਮੱਖੀ ਆਉਂਦੀ ਆ। ਓਕੇ, ਇੰਡੀਆ 'ਚ ਮੇਨ ਜੋ ਕਾਗਜ਼ ਕੀ ਦੇਖਣੇ ਹੁੰਦੇ ਹੈਗੇ ਆ, ਉੱਥੇ ਉਹਨਾਂ ਦਾ ਬੈਂਕ ਬੈਲੈਂਸ, ਬੈਂਕ ਦੀਆਂ ਐਂਟਰੀਆਂ, ਆਈ ਚਲਾਈ। ਇਹ ਕੋਈ ਖੇਤੀ ਕਰਦਾ ਹੈਗਾ, ਤੁਹਾਡੀ ਮੰਥਲੀ ਇਨਕਮ ਤਾਂ ਆਉਣੀ ਨਹੀਂ ਹੈਗੀ ਜੀ, ਤੁਹਾਡੀ ਇਨਕਮ ਤਾਂ ਆਉਣੀ ਹੈਗੀ ਆ ਤੁਹਾਡੇ ਫਸਲ ਦੇ ਹਿਸਾਬ ਨਾਲ। ਸੋ ਪੈਡੀ, ਵੀਟ, ਰਾਈਸ ਦੇ ਹਿਸਾਬ ਨਾਲ ਜੋ ਕਿ ਤੁਹਾਡੀ ਕਿ ਹਾਰਵੈਸਟ ਹੋਈ ਹੈਗੀ ਆ, ਨਾਲ ਤੁਹਾਡੇ ਖਰਚੇ ਵੀ ਹੋਣੇ ਹੈਗੇ ਆ। ਬੈਂਕ ਦੇ ਨਾਲ ਦੇ ਕੇ ਤੁਸੀਂ ਐਂਟਰੀ ਦਿਖਾਈਆਂ, ਸ਼ਾਇਦ ਤੁਹਾਡੇ ਕੰਬਾਈਨ, ਤੁਹਾਡੇ ਨਾਲ ਫੀਡ, ਪੈਸਟੀਸਾਈਡ ਦਾ ਖਰਚਾ ਸੀ, ਲੇਬਰ ਸੀ, ਬਿਜਲੀ ਸੀ, ਪਾਣੀ ਸੀ, ਇਹ ਸਾਰੀਆਂ ਚੀਜ਼ਾਂ ਕੱਟ ਕਟਾ ਕੇ ਤੁਹਾਡਾ ਕੀ ਖਰਚਾ ਤੁਹਾਨੂੰ ਬਚਦਾ, ਤੁਹਾਡਾ ਨੈਟ ਇਨਕਮ ਆ, ਉਹ ਦਿਖਾਉਣ ਦੀ ਕੋਸ਼ਿਸ਼ ਕਰੋ। ਇਨਫੈਕਟ ਪੰਜਾਬ ਦੇ ਜਿੰਨੇ ਵੀ ਮੈਂ ਕਹੂੰਗਾ ਲੋਕਾਂ ਦੇ ਇਨਕਮ ਸੋਰਸ ਹੈਗੇ ਆ, ਇਮੀਗ੍ਰੇਸ਼ਨ ਨੂੰ ਪਤਾ ਹੁੰਦਾ ਹੈਗਾ, ਉੱਥੇ ਦਾ ਕਲਚਰ ਦਾ ਵੀ ਪਤਾ ਹੁੰਦਾ ਹੈਗਾ। ਸੋ ਅੱਗੇ ਤੁਸੀਂ ਫਾਰਮਰ ਆ, ਉਹਨੂੰ ਪਤਾ ਹੈਗਾ ਤੁਹਾਡੀ ਆਮਦਨ ਜੋ ਹੈਗੀ ਆ ਵਿਲ ਬੀ ਬੇਸਡ ਅਪਨ ਯੋਰ ਕ੍ਰੌਪ ਸੇਲ ਰਸੀਟਸ, ਜੋ ਤੁਹਾਡੀ ਹਾਰਵੈਸਟ ਹੁੰਦੀ ਹੈਗੀ ਆ। ਉਹਨੂੰ ਇਹ ਵੀ ਪਤਾ ਖਰਚਾ ਕੱਢ ਕੇ ਕਿੰਨਾ ਕੁ ਬਚਣਾ। ਹੁਣ ਇਹ ਵੀ ਪਤਾ ਹੁੰਦਾ ਕਈ ਵਾਰੀ ਇਨਕਮ ਜੋ ਹੈਗੀ ਆ ਸ਼ਾਇਦ ਕੈਸ਼ ਇਨ ਹੈਂਡ ਹੁੰਦੀ ਆ, ਕਈ ਵਾਰੀ ਆੜਤੀਆਂ ਕੋਲ ਪੈਸੇ ਪਏ ਹੁੰਦੇ ਆ, ਤਾਂ ਪੈਸੇ ਉਸੇ ਵਕਤ ਲੋੜ ਹੁੰਦੀ ਹੈ ਜਦੋਂ ਤੁਹਾਨੂੰ ਐਕਚੁਅਲੀ ਖਰਚੇ ਦੀ ਲੋੜ ਹੁੰਦੀ ਹੈਗੀ ਆ। ਸੋ ਪੈਸੇ ਉਸੇ ਵਕਤ ਡਿਪੋਜ਼ਿਟ ਹੁੰਦੇ ਆ। ਮਗਰ ਇਹ ਸਾਰੀਆਂ ਚੀਜ਼ਾਂ ਸਮਝਾਉਣੀਆਂ ਹੁੰਦੀਆਂ, ਕਿ ਸਮਝਾ ਦਿਓ ਤਾਂ ਕਮ ਸੇ ਕਮ ਤੁਹਾਡੇ ਵੀਜ਼ਾ ਲੱਗਣ ਦੇ ਚਾਂਸਿਸ ਵੱਧ ਜਾਂਦੇ ਹੈਗੇ ਆ। ਤਾਂ ਜਿਹਦੀ ਸਰਕਾਰੀਆਂ ਨੌਕਰੀਆਂ ਕਰਦੇ, ਪ੍ਰਾਈਵੇਟ ਨੌਕਰੀਆਂ ਕਰਦੇ ਆ, ਫਿਰ ਤਾਂ ਵੈਰੀ ਸਿੰਪਲੀ ਤੁਹਾਡੀਆਂ ਪੇ ਸਲਿੱਪਾਂ ਤਾਂ ਬੈਂਕ ਸਟੇਟਮੈਂਟ ਦੇ ਨਾਲ ਨਾਲ ਇੱਕ ਕਵਰਿੰਗ ਲੈਟਰ ਇੰਪਲੋਇਰ ਤੋਂ ਦਿਖਾਉਣੀ ਕਾਫੀ ਹੈਗਾ। ਮਗਰ ਇਹ ਪੈਸੇ ਇੱਕਦਮ ਜਮ੍ਹਾਂ ਕੀਤੇ ਆ ਬਿਕਾਜ਼ ਕੋਈ ਪਲਾਟ ਵੇਚਿਆ ਹੈਗਾ, ਬਾਣੂ ਪੈਸੇ ਆਏ ਹੈਗੇ ਆ, ਪੈਸੇ ਲੋਕਾਂ ਨੂੰ ਦਿੱਤੇ ਸੀ, ਉਹ ਵਾਪਸ ਤੁਹਾਡੇ ਅਕਾਊਂਟ 'ਚ ਜਮ੍ਹਾਂ ਹੋਏ ਆ, ਪਲੀਜ਼ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋ, ਅਦਰਵਾਈਜ਼ ਕਈ ਵਾਰੀ ਨਾ ਹੋ ਜਾਂਦੀ ਹੈਗੀ ਆ। ਤਾਂ ਇਹ ਨਾ ਸੋਚੋ ਕੋਈ ਯੰਗ ਆ, ਕੋਈ ਸਿੰਗਲ ਹੈਗਾ ਆ, ਸ਼ਾਇਦ ਉਹਨੂੰ ਤਾਂ ਹੀ ਨਾ ਹੁੰਦੀ ਹੈਗੀ ਆ, ਤਾਂ ਉਹਨੂੰ ਪੈਸੇ ਜ਼ਿਆਦਾ ਦਿਖਾਣੇ ਹੁੰਦੇ, ਜਾਂ ਉਹਦੀ ਐਪਲੀਕੇਸ਼ਨ ਆਪਾਂ ਪਾ ਹੀ ਨਹੀਂ ਸਕਦੇ ਹੈਗੇ ਜੀ। ਇਮੀਗ੍ਰੇਸ਼ਨ ਰੂਲ 'ਚ ਇਹ ਨਹੀਂ ਲਿਖਿਆ ਹੈਗਾ ਕੋਈ ਯੰਗ ਆ, ਸਿੰਗਲ ਹੈਗਾ ਤਾਂ ਉਹਨੂੰ ਵੀਜ਼ਾ ਨਹੀਂ ਮਿਲਣਾ। ਨਾ ਦਾ ਕਾਰਨ ਸਿਰਫਲੀ ਇਹ ਹੁੰਦਾ ਤੁਸੀਂ ਵਾਪਸ ਨਹੀਂ ਜਾਣਾ। ਤਾਂ ਮੈਂ ਇਹ ਵੀ ਕਹੂੰਗਾ ਡਰਿਆ ਨਾ ਕਿ ਬਾਈ ਚਾਂਸ ਕਿ ਨਾ ਹੋ ਜਾਂਦੀ ਹੈਗੀ ਆ। ਮੈਨੂੰ ਪਤਾ ਰਿਫਿਊਜ਼ਲ ਲੈਟਰ 'ਚ ਇਹ ਲਿਖਿਆ ਹੁੰਦਾ ਹੈਗਾ ਨੋ ਰਾਈਟ ਆਫ ਅਪੀਲ ਜਾਂ ਨੋ ਐਡਮਿਨ ਰਿਵਿਊ। ਚਲੋ ਅੱਗੇ ਰਾਈਟ ਆਫ ਅਪੀਲ ਨਹੀਂ ਹੈਗੀ, ਐਡਮਿਨ ਰਿਵਿਊ ਨਹੀਂ ਹੈਗੀ, ਇਹਦਾ ਇਹ ਤਾਂ ਨਹੀਂ ਮਤਲਬ ਹੈਗਾ ਆਪਾਂ ਹਾਈ ਕੋਰਟ ਦੇ ਵਿੱਚ ਅਪੀਲ ਨਹੀਂ ਕਰ ਸਕਦੇ। ਜਿਹਨੂੰ ਆਪਾਂ ਜੁਡੀਸ਼ੀਅਲ ਰਿਵਿਊ ਕਰਨੇ ਆ, ਕਈ ਵਾਰ ਆਪਾਂ ਉਹਨੂੰ ਪੈਪ ਦਾ ਨਾਂ ਵੀ ਦਿੱਤਾ ਜਾਂਦਾ ਹੈਗਾ ਬਿਕਾਜ਼ ਉਹਦੇ ਐਕਚੁਅਲ ਜੋ ਫਸਟ ਸਟੇਜ ਹੁੰਦੀ ਹੈਗੀ ਆ ਉਹਨੂੰ ਕਹਿੰਦੇ ਪ੍ਰੀ ਐਕਸ਼ਨ ਪ੍ਰੋਟੋਕਾਲ। ਤਾਂ ਤੁਸੀਂ ਮੇਰੇ ਫੇਸਬੁੱਕ ਤੇ ਜਾ ਕੇ ਦੇਖ ਲਓ ਕਿੰਨੇ ਲੋਕਾਂ ਦੇ ਵੀਜ਼ੇ ਆਪਾਂ ਓਵਰਟਰਨ ਕੀਤੇ ਆ ਜਿਹਨੂੰ ਸ਼ੁਰੂ 'ਚ ਨਾ ਹੁੰਦੀ ਹੈਗੀ। ਤਾਂ ਲੋਕ ਕੀ ਹੁੰਦੇ ਆ, ਘਬਰਾ ਜਾਂਦੇ ਆ, ਸੋਚਦੇ ਤੁਹਾਨੂੰ ਹੁਣ ਕੁਛ ਕਰ ਨਹੀਂ ਸਕਦੇ ਹੈਗੇ। ਠੀਕ ਆ, ਮੈਂ ਮੰਨਦਾ ਯੂਕੇ ਦੀ ਸਰਕਾਰ ਨੇ ਥੋੜ੍ਹੀ ਸਖਤਾਈ ਕੀਤੀ ਸੀ, ਅਪੀਲ ਦੇ ਹੱਕ ਬੰਦ ਕਰਤੇ ਸੀ ਟ੍ਰਾਈਬਿਊਨਲ ਸਾਹਮਣੇ, ਮਗਰ ਇਹਦਾ ਇਹ ਨਹੀਂ ਮਤਲਬ ਹੈਗਾ ਆਪਾਂ ਹਾਈ ਕੋਰਟ ਵਿੱਚ ਜਾ ਕੇ ਅਪੀਲ ਨਹੀਂ ਕਰ ਸਕਦੇ। ਸੋ ਕਾਗਜ਼ ਕਿਹਦੇ ਚਾਹੀਦੇ ਹੁੰਦੇ ਆ, ਸਪਾਂਸਰਸ਼ਿਪ ਤੇ ਇੰਡੀਆ 'ਚ ਆਪਣੇ ਇਨਕਮ ਜਾਂ ਸੋਰਸ ਆਫ ਇਨਕਮ ਦਾ ਸਬੂਤ ਜੀ, ਇਹ ਦੋ ਹੀ ਚੀਜ਼ਾਂ ਦੀ ਲੋੜ ਹੁੰਦੀ ਹੈ। ਤੇ ਬਿਲਕੁਲ, ਤੇ ਇਹ ਤੋਂ ਇਲਾਵਾ ਭਾਜੀ ਕਿਉਂਕਿ ਇੱਕ ਬਾਰ-ਬਾਰ ਕੁਐਸਚਨ ਇਹ ਆ ਰਿਹਾ ਕਿ ਸਟੇਟਲੈਸ ਦੇ ਕੇਸਾਂ ਨੂੰ ਲੈ ਕੇ ਅੱਜ ਸਾਨੂੰ ਪਤਾ ਕਿ ਹਜ਼ਾਰਾਂ ਨਹੀਂ ਲੱਖਾਂ ਘਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਪਹੁੰਚੀ ਆ। ਉਹਨਾਂ ਸਟੇਟਲੈਸ ਨੂੰ ਲੈ ਕੇ ਲੋਕਾਂ ਨੇ ਜਿੰਨਾ ਕੁ ਫਾਇਦਾ ਮੇਰਾ ਖਿਆਲ ਸਾਨੂੰ ਹੋਇਆ, ਜਿਹੜੇ ਇੱਥੇ ਰਹਿੰਦੇ ਸੀਗੇ ਲੋਕ, ਕਿਸੇ ਨੂੰ ਹੋਰ ਨੂੰ ਨਹੀਂ ਹੋਇਆ ਤੇ ਨਾ ਹੋ ਹੀ ਸਕਦਾ। ਪਰ ਇੱਕ ਚੀਜ਼ ਹੁਣ ਡਿਮਾਂਡ ਜਿਹੜੀ ਲੋਕਾਂ ਦੀ ਇਹ ਆ ਰਹੀ ਹੈ ਵੱਧ ਕੇ ਕਿ ਬਜ਼ੁਰਗਾਂ ਦੇ ਲਈ ਕੁਛ ਕਰੋ, ਪੇਰੈਂਟਸ ਲਈ ਕੁਛ ਕਰੋ, ਕਿਉਂਕਿ ਬੇਸ਼ੱਕ ਹੁਣ ਚਲੋ ਜੇ ਸਾਡੇ ਵਰਗੇ ਵੀ ਇੱਥੇ ਆਏ ਨੇ ਤੇ ਮਾਂ-ਬਾਪ ਇੰਡੀਆ ਦੇ ਵਿੱਚ ਨੇ, ਮੰਗਾਉਣਾ ਚਾਹੁੰਦੇ ਆ, ਇੱਥੇ ਰਹਿਣਾ ਚਾਹੁੰਦੇ, ਇਕੱਠੇ ਫੈਮਿਲੀ ਪਰਿਵਾਰ ਰਹਿਣਾ ਚਾਹੁੰਦੀ ਆ, ਸਭ ਤੋਂ ਪਹਿਲਾਂ ਇਹ ਦੱਸੋ ਕਿ ਕੋਈ ਪਟੀਸ਼ਨ ਪਾਈ ਭਾਜੀ ਤੁਸੀਂ ਕਿ ਹਜੇ ਸਾਨੂੰ ਹਜੇ ਤਰਸਾਉਣਾ ਹੀ ਆ ਇਹਨਾਂ ਚੀਜ਼ਾਂ ਦੇ ਲਈ? ਨਹੀਂ, ਤਰਸਾਉਣ ਦੀ ਗੱਲ ਨਹੀਂ ਹੈਗੀ। ਪਟੀਸ਼ਨਾਂ ਤਾਂ ਆਪਾਂ ਰੋਜ਼ ਸ਼ੁਰੂ ਕਰ ਸਕਦੇ ਹੁੰਦੇ ਆ, ਪਰ ਅਨਫੋਰਚੁਨੇਟਲੀ ਪਟੀਸ਼ਨ ਦੇ ਨਾਲ ਸਾਨੂੰ ਸਾਰਿਆਂ ਦੀ ਲੋੜ ਹੁੰਦੀ ਹੈਗੀ, ਸਾਰਿਆਂ ਦੀ ਸਪੋਰਟ ਦੀ ਲੋੜ ਹੁੰਦੀ ਹੈ, ਇੰਕਲੂਡਿੰਗ ਦ ਮਿਨਿਸਟਰਸ। ਆਪਾਂ ਉਹੀ ਦੇਖ ਚੁੱਕੇ ਹੈਗੇ ਆ, ਪੱਕੇ ਤੌਰ 'ਤੇ ਐਮਨੈਸਟੀ ਵੀ ਆਪਾਂ ਦੇਖ ਚੁੱਕੇ ਹੈਗੇ ਆ, ਉਹਦੀ ਵੀ ਆਪਾਂ 1 ਲੱਖ ਦੀ ਸਿਗਨੇਚਰ ਹੋ ਚੁੱਕੇ ਹੈ। ਉਹ ਵੀ ਡਿਬੇਟ ਚੱਲ ਗਈ ਸੀ ਹਾਊਸ ਆਫ ਕਾਮਨਸ ਦੇ ਵਿੱਚ। ਠੀਕ ਆ, ਉਹ ਗੱਲ ਸਾਡੇ ਮੈਂ ਕਹਿੰਦਾ ਪੂਰੀ ਨਹੀਂ ਹੋਈ ਹੈਗੀ, ਮਗਰ ਉਹ ਗੱਲ ਉਹ ਵੀ ਮੁੱਕੀ ਨਹੀਂ ਹੈਗੀ। ਸੋ ਅੱਗੇ ਆਪਾਂ ਹੁਣ ਮਾਪੇ ਵੱਲ ਮਾ 'ਚ ਧਿਆਨ ਦਈਏ। ਯੈਸ, ਇਸ ਵਕਤ ਦੇਖੀਏ ਡਿਪੈਂਡੈਂਸ ਦੇ ਜੋ ਰੂਲਸ ਹੈਗੇ ਹੈ, ਮਗਰ ਮੇਰੇ ਹਿਸਾਬ ਨਾਲ ਮੈਂ ਕਹਿੰਦਾ ਸਭ ਤੋਂ ਸਖਤ ਆ ਦ ਮੋਸਟ ਡਰਕੋਨੀਅਨ ਰੂਲਸ ਆਫ ਆਲ ਦ ਰੂਲਸ। ਬਿਕਾਜ਼ ਅਗੇ ਕਿਸੇ ਨੂੰ ਬਜ਼ੁਰਗ ਮਾਪੇ ਨੂੰ ਯੂਕੇ ਸੱਦਣਾ ਹੈਗਾ, ਸਾਨੂੰ ਸਾਬਤ ਕਰਨਾ ਪੈਂਦਾ ਇੰਡੀਆ ਦੇ ਵਿੱਚ ਉਹ ਆਪਣੀ ਖੁਦ ਦੀ ਦੇਖਭਾਲ ਨਹੀਂ ਕਰ ਸਕਦੇ, ਤੁਰ ਫਿਰ ਨਹੀਂ ਸਕਦੇ, ਰੋਟੀ ਪਾਣੀ ਪਕਾਉਣ ਖਾਣ ਦੇ ਵਿੱਚ ਦਿੱਕਤ ਪੈਂਦੀ ਹੈਗੀ ਆ, ਅਤੇ ਇੰਡੀਆ 'ਚ ਕੋਈ ਨਹੀਂ ਹੈਗਾ ਉਹਦੀ ਲੁੱਕ ਆਫਟਰ ਕਰਨ ਵਾਸਤੇ। ਹੁਣ ਇਸ਼ੂ ਇਹ ਬਣਦੀ ਹੈਗੀ ਆ, ਕੋਈ ਨਹੀਂ ਹੈਗਾ ਲੁੱਕ ਆਫਟਰ ਕਰਨ ਦੇ ਵਿੱਚ, ਇਹ ਵੀ ਸਾਬਤ ਕਰਨਾ ਪੈਂਦਾ ਹੈਗਾ ਤੁਸੀਂ ਖੁਦ ਜਾ ਕੇ ਨਹੀਂ ਲੁੱਕ ਆਫਟਰ ਕਰ ਸਕਦੇ। ਇੰਡੀਆ 'ਚ ਉੱਥੇ ਮੇਡਸ, ਸਰਵੈਂਟਸ, ਡਰਾਈਵਰਸ, ਮਾਲੀਜ਼ ਨਹੀਂ ਮਿਲਦੇ ਹੈਗੇ, ਉੱਥੇ ਕੇਅਰ ਹੋਮਸ ਨਹੀਂ ਹੈਗੇ,
ਓਲਡ ਪੀਪਲਸ ਹੋਮਸ ਨਹੀਂ ਹੈਗੇ, ਉੱਥੇ ਇੱਕ ਫੈਸਿਲਿਟੀ ਨਹੀਂ ਹੈਗੀ ਜਿੱਥੇ ਕਿਸੇ ਬਜ਼ੁਰਗ ਮਾਪੇ ਦੀ ਲੁੱਕ ਆਫਟਰ ਹੋ ਸਕਦੀ ਹੈਗੀ ਹੈ, ਵਿਚ ਇਜ਼ ਵੈਰੀ ਵੈਰੀ ਡਿਫਿਕਲਟ ਟੂ ਸਾਬਤ ਕਰਨ ਵਾਸਤੇ। ਇਨਫੈਕਟ ਇੰਨੀ ਸਖਤਾਈ ਹੈਗੀ ਹੈ ਇਸ ਕੇਸਾਂ ਦੇ ਵਿੱਚ, ਜਿੱਤਣ ਦੇ ਚਾਂਸਿਸ ਵੀ ਇਹ ਤਕਰੀਬਨ 0.5% ਆ, ਤੇ ਜਿਹਨੇ ਕੇਸ ਜਿੱਤ ਵੀ ਹੁੰਦੇ ਹੈਗੇ ਉਹ ਆਮ ਤੌਰ ਤੇ ਅਪੀਲ 'ਚ ਹੁੰਦੇ ਹੈਗੇ। ਸੋ ਇਹ ਗਿਣਤੀ ਜਾਂ ਜਿੱਤਣ ਦੇ ਚਾਂਸਿਸ ਇੰਨੇ ਲੋ ਹੈਗੇ, ਫਿਰ ਐਪਲੀਕੇਸ਼ਨ ਪਹੁੰਚ ਕੀ ਫਾਇਦਾ ਹੈਗਾ। ਉਹਨਾਂ ਕभी ਬਿਹਤਰ ਹੈਗਾ ਕਿ ਕੋਈ ਵਿਜ਼ਟਰ ਦੇ ਰੂਪ 'ਚ UK ਆਉਂਦਾ ਹੈਗਾ, UK 'ਚ ਆ ਕੇ ਤੁਸੀਂ ਕਈ ਵਾਰੀ ਕੰਪੈਸ਼ਨਟ ਤੇ ਕੰਪੈਲਿੰਗ ਬੇਸ ਦੇ ਉੱਪਰ ਐਪਲੀਕੇਸ਼ਨ ਪਾ ਸਕਦੇ ਹੋ। ਹੁਣ ਕੰਪੈਸ਼ਨ ਤੇ ਕੰਪੈਲਿੰਗ ਦਾ ਕੀ ਮਤਲਬ? ਚਲੋ ਇਹ ਇੱਕ ਇੱਧਰੀ ਚੀਜ਼ ਹੈ, ਸਾਨੂੰ ਸਾਬਤ ਕਰਨੀ ਪੈਂਦੀ ਹੈ। ਤਾਂ ਮੈਂ ਪਿਛਲੇ 5-6 ਸਾਲਾਂ ਦੇ ਵਿੱਚ ਇਹ ਦੇਖਿਆ ਹੈਗਾ, ਇੱਕ ਆਪਾਂ ਇੱਕ ਚੀਜ਼ ਸਾਬਤ ਕਰ ਦਈਏ। ਮਤਲਬ ਕਹਿਣ ਵਾਸਤੇ ਇੱਕ ਬਜ਼ੁਰਗ ਮਾਪੇ ਜੋ ਹੈਗਾ ਕਿ ਉਹਨੂੰ ਐਂਗਜ਼ਾਇਟੀ ਹੈਗੀ ਆ, ਘਬਰਾਹਟ ਮਿਲਦੀ ਹੈਗੀ ਆ, ਜਿਹਦੇ ਵਿੱਚ ਮੈਂ ਕਹੂੰਗਾ ਫਿਜ਼ੀਕਲੀ ਰੂਪ ਦੇ ਵਿੱਚ ਨਹੀਂ, ਬਿਕਾਜ਼ ਅਗੇ ਫਿਜ਼ੀਕਲੀ ਰੂਪ 'ਚ ਦੇਖੀਏ ਬਲੱਡ ਪ੍ਰੈਸ਼ਰ, ਡਾਇਬੀਟੀਜ਼, ਕੋਈ ਵੀ ਆਪਾਂ ਦੇਖ ਲਈ ਬਿਮਾਰੀ ਇਹ ਹੈਗੀ ਹੈ, ਉਹ ਕਿਵੇਂ ਉਹਦੀ ਇੰਡੀਆ 'ਚ ਇਲਾਜ ਹੋ ਜਾਂਦਾ ਹੈਗਾ ਜੀ, ਉਹ ਇਲਾਜ UK 'ਚ ਵੀ ਕਰ ਸਕਦੇ ਹੈਗੇ, ਪਰ ਅੱਗੇ ਤੁਸੀਂ ਇੰਡੀਆ 'ਚ ਕਰ ਸਕਦੇ ਹੋ ਤੇ ਵੈਸੇ ਨਾ ਕਰ ਦੇਣੀ ਹੈ। ਮਗਰ ਜਿਹੜੀ ਅਟੈਚਮੈਂਟ ਹੁੰਦੀ ਹੈਗੀ ਹੈ ਇੱਕ ਬਜ਼ੁਰਗ ਮਾਪੇ ਦੇ ਨਾਲ, ਇੱਕ ਜੋ ਘਬਰਾਹਟ ਕਹਿ ਦਿੰਦੇ ਆ, ਐਂਗਜ਼ਾਇਟੀ ਕਹਿ ਦਿੰਦੇ ਹੈਗੇ ਆ, ਡਿਪਰੈਸ਼ਨ ਕਹਿ ਦਿੰਦੇ ਹੈਗੇ ਆ, ਐਲਜ਼ਾਈਮਰਸ ਕਹਿ ਦਿੰਦੇ ਆ, ਇੱਕ ਜੋ ਸਿਆਣੇ ਹੋ ਕੇ ਇੱਕ ਮਾਪੇ ਨੂੰ ਜੋ ਬਿਮਾਰੀਆਂ ਲੱਗਦੀਆਂ ਹੈਗੀਆਂ, ਇੱਥੇ ਬੱਚਿਆਂ ਨਾਲ ਰਹਿ ਕੇ, ਆਪਣੇ ਪੋਤੇ ਪੋਤੀਆਂ ਨਾਲ ਰਹਿ ਕੇ, ਦੋਤੇ ਦੋਤੀਆਂ ਨਾਲ ਰਹਿ ਕੇ ਉਹ ਬੰਦਾ ਠੀਕ ਹੁੰਦਾ ਹੈਗਾ। ਫਿਰ ਇਹ ਇੱਕ ਆਰਗੂਮੈਂਟ ਬਣ ਜਾਂਦੀ ਹੈ ਜਿਹਦੇ ਬੇਸ ਦੇ ਉੱਪਰ ਇੱਥੇ ਰਹਿਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਮਗਰ ਪ੍ਰੋਬਲਮ ਇਹ ਪੈਂਦੀ ਹੈ ਇਹਦੇ ਕੇਸ ਦੇ ਉੱਪਰ ਤੁਹਾਨੂੰ ਮੈਡੀਕਲ ਸਾਈਟੀਕਲ ਰਿਪੋਰਟਾਂ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈਗੀ ਹੈ। ਅਪਲਾਈ ਕਰਦੇ ਨਾ ਹੁੰਦੀ ਹੈ, ਕਿ ਨਾ ਹੁੰਦੀ ਹੈ ਅਪੀਲ ਵੀ ਕਰਨੀ ਹੁੰਦੀ ਹੈ, ਕਈ ਵਾਰੀ ਅਪੀਲ ਵੀ ਨਾ ਹੁੰਦੀ ਹੈ, ਸਾਨੂੰ ਦੁਬਾਰਾ ਫਿਰ ਅਪੀਲਾਂ ਕਰਨੀਆਂ ਹੁੰਦੀਆਂ, ਟਾਈਮ ਲੱਗ ਜਾਂਦਾ। ਮਗਰ ਮੈਂ ਦੇਖਿਆ ਅੱਗੇ ਤੁਸੀਂ ਪਰਸਿਸਟ ਕਰੋਗੇ, ਅੱਗੇ ਪਿੱਛੇ ਨਹੀਂ ਛੱਡਦੇ ਹੈਗੇ ਤਾਂ ਕੇਸ ਨੂੰ ਅੱਗੇ ਲੈਣ ਨੂੰ ਤਿਆਰ ਹੈਗੇ ਆ, ਐਂਡ ਆਫ ਦ ਡੇ ਤੁਸੀਂ ਕੇਸ ਜਿੱਤ ਸਕਦੇ ਆ। ਤਾਂ ਸਭ ਤੋਂ ਜ਼ਿਆਦਾ ਸਕਸੈਸ ਸਾਡਾ ਉਹਨਾਂ ਰਿਹਾ ਹੈਗਾ ਜੋ ਐਕਚੁਅਲੀ ਅਪੀਲ ਕਰਨ 'ਚ ਤਿਆਰ ਹੈਗੇ ਆ, ਪਿੱਛੇ ਹਟਣ ਨੂੰ ਤਿਆਰ ਨਹੀਂ ਹੈਗੇ ਆ। ਬਿਕਾਜ਼ ਓਬਵੀਅਸਲੀ ਕਿ ਕੇਸ ਲਾ ਦਿੰਦੇ ਆ ਤਾਂ ਕੱਲ੍ਹ ਨੂੰ ਨਾ ਹੋਈ ਤਾਂ ਬੰਦਾ ਵਾਪਸ ਚਲ ਜਾਂਦਾ ਹੈਗਾ, ਫਿਰ ਤੁਸੀਂ ਵਾਪਸ ਆਉਣ 'ਚ ਵੀ ਨਹੀਂ ਹੋਵੋਗੇ ਹੱਕਦਾਰ। ਸੋ ਕੇਸਿਸ ਯੈਸ ਹੋ ਸਕਦੇ ਹੈਗੇ ਆ ਸੱਤੀ, ਮਗਰ ਇੱਧਰ ਕੇਸਿਸ ਆ ਜਿਹਦੇ ਵਿੱਚ ਤੁਸੀਂ ਇੱਕ ਵਾਰੀ ਸ਼ੁਰੂ ਕਰਤਾ ਕਦਮ ਚੱਕਣ ਵਾਸਤੇ, ਫਿਰ ਪਿੱਛੇ ਹਟਣ ਦਾ ਫਾਇਦਾ ਨਹੀਂ ਹੈਗਾ, ਫਿਰ ਜਿੱਤ ਤੱਕ ਲੈ ਕੇ ਕਿ ਫੇਲ ਹੋਣ ਦਾ ਵਾਪਸ ਆਇਆ ਪਤਾ। ਤੇ ਬਿਲਕੁਲ ਜਿੱਥੇ ਹੁਣ ਭਾਜੀ ਅਸੀਂ ਤਾਂ ਇਹੀ ਕਹੂੰਗਾ ਕਿ ਜਿੱਥੇ ਬੱਚਿਆਂ ਦੀਆਂ ਤੁਸੀਂ ਦੁਆਵਾਂ ਲਈਆਂ, ਮਾਂ-ਬਾਪ ਦੀਆਂ ਦੁਆਵਾਂ ਲਈਆਂ, ਉੱਥੇ ਸਾਡੇ ਵਰਗੇ ਤੇ ਸਾਡੇ ਬਜ਼ੁਰਗਾਂ ਦੀਆਂ ਦੁਆਵਾਂ ਵੀ ਤੁਹਾਡੇ ਲਈ ਨੇ। ਕਿਉਂਕਿ ਜਦੋਂ ਕੋਈ ਇਹ ਆ ਕਿ ਜਦੋਂ ਤੁਸੀਂ ਸਾਫ਼ ਤੇ ਸਿੱਧਾ ਮਕਸਦ ਦੇ ਨਾਲ ਕੋਈ ਕੰਮ ਕਰਦੇ ਆ ਤਾਂ ਹਮੇਸ਼ਾ ਹੀ ਉਹਦੇ ਵਿੱਚ ਸਕਸੈਸ ਪ੍ਰਾਪਤ ਹੁੰਦੀ ਆ। ਭਾਜੀ ਉਹਨਾਂ ਨੇ ਅੱਜ ਤੱਕ ਜਿਹੜੇ ਵੀ ਕੰਮ ਕੀਤੇ ਨੇ ਕਮਿਊਨਿਟੀ ਨੂੰ ਲੈ ਕੇ, ਆਪਣੇ ਪੇਸ਼ੇ ਤੋਂ ਉੱਪਰ ਉੱਠ ਕੇ, ਤੇ ਉਹਦੇ ਵਿੱਚ ਤੁਸੀਂ ਦੇਖਿਆ ਕਿ ਬੇਸ਼ੱਕ ਕਾਮਿਆਂ ਕੀਤਾ ਆ, ਪਰ ਉਹਦੇ ਨਾਲ ਜਿਹੜਾ ਫਾਇਦਾ ਹੋਇਆ ਤੁਹਾਡਾ, ਕਿੰਨੇ ਲੋਕਾਂ ਦਾ ਫਾਇਦਾ ਹੋਇਆ। ਇਹ ਹੁੰਦਾ ਕਿ ਜਦੋਂ ਕੋਈ ਵੀ ਇਨਸਾਨ ਕੰਮ ਕਰਦਾ ਉਹਦੇ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਸਾਡਾ ਫਰਜ਼ ਬਣਦਾ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਅਸੀਂ ਫੇਸ ਕੀਤੀਆਂ ਆ, ਸਾਡੀ ਆਉਣ ਵਾਲੀ ਜਨਰੇਸ਼ਨ ਉਹਨਾਂ ਚੀਜ਼ਾਂ ਨੂੰ ਫੇਸ ਨਾ ਕਰੇ। ਤੇ ਹੋਪਫੁਲੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਦੇ ਉੱਤੇ, ਇਸ ਟੌਪਿਕ ਦੇ ਉੱਤੇ ਦੁਬਾਰਾ ਜ਼ਰੂਰ ਗੱਲਬਾਤ ਕਰਾਂਗੇ, ਕੀ ਕਰ ਸਕਦੇ ਹਾਂ, ਕੀ ਕਰਨਾ ਚਾਹੀਦਾ। ਪਰ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਤੁਸੀਂ ਰੱਖਿਓ ਆਪੋ ਆਪਣਾ ਖਿਆਲ, ਤੇ ਆਪਾਂ ਮਿਲਾਂਗੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਕਰਦਿਆਂ ਤੋਂ ਕਿਸੇ ਦੀ ਸ਼ਾਨ ਦੇ ਖਿਲਾਫ ਕੁਝ ਬੋਲ ਗਏ ਹੋਈਏ ਉਹਦੇ ਲਈ ਦੋਨੇ ਹੱਥ ਜੋੜ ਕੇ ਮਾਫੀ, ਤੇ ਮਿਲਾਂਗੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।